सो बीटा जिथे भी तुसी देखोगे बेटा हर जगह तुहाडे काम आएगा। सो ये तुसी ऑलरेडी पढ़ चुके हो। तो इस तो बाद जिहड़ा पार्ट है फिजिकल सिग्निफिकेंस ऑफ बीटा विद थर्मोडायनेमिक्स भी आपां स्टडी कर लिया। ठीक है जी। सो ये सारा पार्ट आपां स्टडी कर चुके हैं। उस तो बाद अपने कोल जिहड़ा पोर्शन आएगा जो न्यूमेरिकल पोर्शन होना चाहिए। सो ਇਹਦੇ ਵਿੱਚ ਆਪਾਂ ਕੀ ਕੀਤਾ ਸੀਗਾ ਬੇਟਾ, ਇਹ ਵਾਲੀ ਇਕੁਏਸ਼ਨ ਦੇ ਵਿੱਚ ਆਪਾਂ S ਨੋਟ ਨੂੰ 0 ਪੁੱਟ ਕੀਤਾ ਸੀ। ਸੋ S ਨੋਟ ਨੂੰ ਆਪਾਂ ਜਦੋਂ 0 ਪੁੱਟ ਕੀਤਾ ਸੀਗਾ ਤਾਂ ਉਸ ਕੇਸ ਦੇ ਵਿੱਚ ਆਪਣੇ ਕੋਲ ਜਿਹੜੇ ਡਿਸਕ੍ਰਿਪੈਂਸੀ ਆਉਂਦੀ ਪਈ ਸੀ ਕਿ S ਨੋਟ ਇਨਫਿਨਿਟੀ ਨੂੰ ਅਪਰੋਚ ਕਰਦਾ ਸੀ ਤਾਂ ਆਪਾਂ ਨੂੰ 0 ਪੁੱਟ ਕੀਤੇ 0 ਕਰ ਦਿੱਤਾ ਸੀ ਬਿਕੋਜ਼ ਆਪਣੇ ਕੋਲ ਰਿਜ਼ਲਟ ਇਨਫਿਨਿਟੀ ਨਹੀਂ ਬਣ ਸਕਦਾ। ਠੀਕ ਹੈ। ਸੋ ਉਸ ਤੋਂ ਬਾਅਦ ਆਪਾਂ ਸਟਾਰਟ ਕਰਾਂਗੇ ਬੇਟਾ ਇਸ ਤੋਂ ਬਾਅਦ हाँ जी। सो रिलेशन बिटवीन ओमेगा एंड थर्मोडायनेमिक्स से भी आप स्टडी कर चुके हैं जी। तो आई एम रिमाइंडिंग सो सारे पार्ट आप ईटा हो गया, जीटा हो गया, काई हो गया। उस तो बाद अगर आप गल करिए तो अपने को काफी सारे जिहड़े थर्मोडायनेमिकल पैरामीटर्स होणगे उन्हां नूं आपां स्टडी करने की गल करांगे। सो सारे का सारा पार्ट जिहड़ा हैगा आपां डिस्कस कर चुके हैं। हाँ जी बेटा, तो इस स्टार्ट करांगे आपां। सो अपन कोल अगर जिहड़े थर्मोडायनेमिकल पैरामीटर सपोज करो इंटरनल एनर्जी है जां ओह जिहड़े पैरामीटर होर ते होणगे उन्हां नूं किस तरह ड्राइव किया जाएगा। सो अपने को पता लग गया बेटा जिहड़ी तुहाडी एंट्रोपी होएगी तुहाडी आई होप तुहाडी स्क्रीन दे उपर प्रॉपरली विजिबल होएगा। सो एंट्रोपी जिहड़ी है सो एंट्रोपी तुहाडे कोल K into log of ओमेगा होएगी। तो तुहाडा कोल जिहड़ा कैपिटल K है दैट इज ए बोल्ट्जमैन कांस्टेंट। तो बोल्ट्जमैन कांस्टेंट जिहड़ा हैगा ਉਹ ਤੁਹਾਡੇ ਕੋਲ बोल्ट्जमैन ने ਦਿੱਤਾ ਸੀਗਾ। ਸੋ ਉਹਨੂੰ ਆਪਾਂ ਕਾਫੀ ਜਗ੍ਹਾ ਹੈਲਪਫੁਲ ਹੁੰਦਾ ਹੈ। ਵੈਲਿਊ ਵਗੈਰਾ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਬੇਟਾ। ਸੋ ਇਹ ਚੀਜ਼ ਯਾਦ ਰੱਖਿਓ। ਸੋ S is equal to K into log of omega। ਸੋ ਇਹਨੂੰ ਆਪਾਂ ਯੂਜ਼ ਕਰਾਂਗੇ ਬੇਟਾ। ਸੋ ਇਸ ਤੋਂ ਬਾਅਦ ਆਪਣੇ ਕੋਲ ਕੀ ਆ ਜਾਏਗਾ, ਆਪਣੇ ਕੋਲ ਬੀਟਾ is equal to KT ਹੁੰਦਾ ਹੈ। ਬੀਟਾ ਨੂੰ ਆਪਣੇ ਕੋਲ ਯੂਜ਼ ਕੀਤਾ ਜਾ ਸਕਦਾ ਹੈ। ਹੁਣ ਆਪਣੇ ਕੋਲ ਕੀ ਹੈ ਬੇਟਾ, ਇਹਨੇ ਸਿੰਪਲੀ ਯੂਜ਼ ਤੇ ਪ੍ਰੋਪਰਲੀ ਐਕਸਪਲੇਨ ਨਹੀਂ ਕੀਤਾ ਹੋਇਆ, ਤੁਹਾਡੇ ਦੱਸ ਦੇਣਾ ਇਹਦੇ ਵਿੱਚ ਕੀ ਹੋਏਗਾ ਬੇਟਾ। ਸੋ ਇਹਦੇ ਵਿੱਚ ਉਹਨੇ ਕੀ ਕੀਤਾ ਹੈ ਬੇਟਾ, ਸੋ ਆਪਣੇ ਕੋਲ ਦੇਖੋ ਬੇਟਾ ਬੀਟਾ ਇਜ਼ ਇਕੁਅਲ ਟੂ ਕਰਲ ਲੌਗ ਆਫ ਓਮੇਗਾ ਬਾਈ ਕਰਲ ਈ ਦੇ ਬਰਾਬਰ ਹੁੰਦਾ ਹੈ ਬਿਕੋਜ਼ ਆਪਣੇ ਕੋਲ ਇਹ ਐਕਸਪ੍ਰੈਸ਼ਨ ਆਪਾਂ ਪਹਿਲਾਂ ਵੀ ਪੜ ਚੁੱਕੇ ਹਾਂ। ਸੋ ਬੀਟਾ ਇਜ਼ ਇਕੁਅਲ ਟੂ ਕਰਲ ਲੌਗ ਆਫ ਓਮੇਗਾ ਬਾਈ ਕਰਲ ਈ ਦੇ ਬਰਾਬਰ ਹੋਏਗਾ। ਸੋ ਅਗਰ ਬੀਟਾ ਇਜ਼ ਇਕੁਅਲ ਟੂ ਲੌਗ ਕਰਲ ਲੌਗ ਆਫ ਓਮੇਗਾ ਬਾਈ ਕਰਲ ਈ ਦੇ ਬਰਾਬਰ ਹੋਏਗਾ ਤਾਂ ਆਪਾਂ ਨੂੰ ਪਤਾ ਹੈ ਕਿ ਬੀਟਾ ਜਿਹੜਾ 1/kt ਦੇ ਬਰਾਬਰ ਹੋਏਗਾ। ਸੋ 1/kt ਇੱਥੇ ਮੈਂ ਮਿਸਿੰਗ ਕੀਤਾ ਹੋਇਆ, ਮੇਰੇ ਕੋਲ ਮਾਈਂਡ ਤੇ ਨਹੀਂ ਰਿਹਾ, ਮੈਂ ਲਿਖ ਦਿੰਦਾ। ਸੋ 1/kt ਜਿਹੜਾ ਹੋਏਗਾ ਇਟ ਵਿਲ ਬੀ ਇਕੁਅਲ ਟੂ ਕਰਲ ਲੌਗ ਆਫ ਓਮੇਗਾ ਬਾਈ ਕਰਲ ਈ ਹੋ ਜਾਏਗਾ। ਠੀਕ ਹੈ। ਸੋ ਇਸ ਕਰਕੇ ਆਪਾਂ ਜਿਹੜਾ 1/kt ਹੋ ਗਿਆ, ਸੋ ਰਾਈਟ ਹੈਂਡ ਸਾਈਡ ਦੇ ਉੱਪਰ ਲਿਖਿਆ ਹੋਇਆ 1/kt ਸੀਗਾ। ਸੋ kt ਆਪਾਂ ਲੈਫਟ ਹੈਂਡ ਸਾਈਡ ਦੇ ਉੱਪਰ ਲਾਇਆ, ਇਸ ਕਰਕੇ ਇਹ ਐਕਸਪ੍ਰੈਸ਼ਨ ਕੀ ਬਣ ਜਾਏਗਾ, ਸੋ kt ਇਨਟੂ ਕਰਲ ਲੌਗ ਆਫ ਓਮੇਗਾ ਬਾਈ ਕਰਲ ਆਫ ਈ ਦੇ ਬਰਾਬਰ ਆ ਜਾਏਗਾ। ਠੀਕ ਹੈ। ਸੋ ਮੈਂ ਕਿਉਂ ਦੱਸ ਰਿਹਾ ਬੇਟਾ, ਇਹਦੇ ਵਿੱਚ ਕਾਫੀ ਸਾਰੀਆਂ ਇੰਪੋਰਟੈਂਟ ਚੀਜ਼ਾਂ ਹੈਗੀਆਂ। ਸੋ ਅੱਗੇ ਅੱਜ ਤੋਂ ਬਾਅਦ ਜੇ ਆਪਾਂ ਜਿੰਨੀ ਵੀ ਥਰਮੋਡਾਇਨਾਮਿਕਸ ਸਟੱਡੀ ਕਰਾਂਗੇ ਆਪਣੇ ਕੋਲ ਹਮੇਸ਼ਾ ਹੀ ਸਿਰਫ ਇੱਕ ਪੈਰਾਮੀਟਰ ਅਵੇਲੇਬਲ ਹੋਏਗਾ, ਬਾਕੀ ਸਾਰੇ ਦੀ ਸਾਰੀ ਥਰਮੋਡਾਇਨਾਮਿਕਸ ਆਪਾਂ ਉਹਦੇ ਤੋਂ ਹੀ ਗਵਰਨ ਕਰਵਾਵਾਂਗੇ। ਸੋ ਅਗਰ ਆਪਾਂ ਨੂੰ ਇੱਕ ਵੀ ਪੈਰਾਮੀਟਰ ਪਤਾ ਲੱਗ ਜਾਂਦਾ, ਸਪੋਜ਼ ਕਰੋ ਆਪਾਂ ਨੂੰ ਫ੍ਰੀ એનર્ਜੀ ਪਤਾ ਲੱਗ ਜਾਂਦੀ ਹੈ, ਤਾਂ ਆਪਾਂ ਉਹਦੇ ਤੋਂ ਐਂਟਰੋਪੀ ਵੀ ਕੱਢ ਸਕਦੇ ਹਾਂ, ਆਪਾਂ ਉਹਦੇ ਤੋਂ ਇੰਟਰਨਲ એનર્ਜੀ ਵੀ ਫਾਈਂਡ ਆਊਟ ਕਰ ਸਕਦੇ ਹਾਂ, ਆਪਾਂ ਗਿਵਸ ਫ੍ਰੀ એનર્ਜੀ ਵੀ ਫਾਈਂਡ ਆਊਟ ਕਰਨ ਦੀ ਗੱਲ ਕਰ ਸਕਦੇ ਹਾਂ। ਸੋ ਅਗਰ ਆਪਣੇ ਕੋਲ ਇੱਕ ਵੀ ਕਲੂ ਮਿਲ ਜਾਂਦਾ ਹੈ ਤਾਂ ਆਪਣੇ ਕੋਲ ਸਾਰੇ ਪੈਰਾਮੀਟਰ ਆਟੋਮੈਟਿਕਲੀ ਬਾਹਰ ਆ ਜਾਣਗੇ। ਸੋ ਮੈਂ ਇਸ ਕਰਕੇ ਤੁਹਾਨੂੰ ਇੱਕ ਇੱਕ ਕਰਕੇ ਥੋੜਾ ਡਿਕਟੇਟ ਕਰਨ ਦੀ ਕੋਸ਼ਿਸ਼ ਕਰਾਂਗਾ। ਸੋ ਬੀਟਾ ਇਜ਼ ਇਕੁਅਲ ਟੂ ਕਰਲ ਲੌਗ ਆਫ ਓਮੇਗਾ ਬਾਈ ਕਰਲ ਆਫ ਈ ਹੋ ਗਿਆ ਜੀ। ਸੋ ਇਸ ਕਰਕੇ ਆਪਣੇ ਕੋਲ ਕੀ ਹੈ, ਬੀਟਾ ਇਜ਼ ਇਕੁਅਲ ਟੂ 1/kt ਹੁੰਦਾ ਹੈ। ਸੋ kt ਜਿਹੜਾ ਲੈਫਟ ਹੈਂਡ ਸਾਈਡ ਦੇ ਉੱਪਰ ਲੈ ਗਏ, ਇਸ ਕਰਕੇ ਆਪਣੇ ਕੋਲ ਜਿਹੜਾ ਐਕਸਪ੍ਰੈਸ਼ਨ ਹੈ kt ਇਨਟੂ ਕਰਲ ਲੌਗ ਆਫ ਓਮੇਗਾ ਬਾਈ ਕਰਲ ਆਫ ਈ ਆ ਜਾਏਗਾ ਵਿਚ ਵਿਲ ਬੀ ਇਕੁਅਲ ਟੂ 1। ਉਸ ਤੋਂ ਬਾਅਦ ਕੀ ਹੈ, ਆਪਾਂ ਇਹਨੂੰ ਕੀ ਕਰਾਂਗੇ ਬੇਟਾ, ਆਪਣੇ ਕੋਲ ਜਿਹੜਾ ਹੈ k ਆਪਣੇ ਕੋਲ ਅੰਦਰ ਹੈ, k ਬਾਹਰ ਪਿਆ ਹੋਇਆ, ਇਹਨੂੰ ਆਪਾਂ ਕੀ ਕਰਾਂਗੇ ਇਨਸਾਈਡ ਲੈ ਜਾਗੇ ਬਿਕੋਜ਼ k ਇਜ਼ ਏ बोल्ट्जमैन कांस्टेंट। सो ये कांस्टेंट वैल्यू है, इस करके ਆਪਾਂ ਇਹਨੂੰ ਕੀ ਕਿੱਥੇ ਲੈ ਕੇ ਜਾਵਾਂਗੇ, k log of omega ਦੇ ਨਾਲ। ਠੀਕ ਹੈ ਜੀ। ਸੋ ਜਦੋਂ k log of omega ਦੇ ਕੋਲ ਤੁਸੀਂ ਲੈ ਕੇ ਜਾਓਗੇ ਇਹਨੂੰ ਤਾਂ ਅਲਟੀਮੇਟਲੀ ਕੀ ਬਣ ਜਾਏਗਾ, k log of omega ਆਪਣੇ ਕੋਲ ਐਂਟਰੋਪੀ ਦੇ ਬਰਾਬਰ ਹੁੰਦਾ ਹੈ। ਠੀਕ ਹੈ ਜੀ। ਇਸ ਕਰਕੇ ਆਪਣੇ ਕੋਲ ਕੀ ਬਣੇਗਾ, ਕਰਲ k into log of omega by ਕਰਲ e ਜਿਹੜਾ ਹੈ, ਸੋ ਉਹਦੀ ਕੀ ਬਣ ਜਾਏਗਾ ਅਲਟੀਮੇਟਲੀ k log of omega ਆਪਣਾ S ਦੇ ਬਰਾਬਰ ਹੋ ਜਾਏਗਾ, ਐਂਟਰੋਪੀ ਦੇ ਬਰਾਬਰ ਹੋ ਜਾਏਗਾ। ਇਸ ਕਰਕੇ ਆਪਣੇ ਕੋਲ ਕੀ ਆ ਜਾਏਗਾ, ਕਰਲ S ਬਾਈ ਕਰਲ ਆਫ E ਦੇ ਬਰਾਬਰ ਹੋ ਜਾਏਗਾ। ਔਰ ਯੂ ਕੈਨ ਸਿੰਪਲੀ ਰਾਈਟ ਇਟ ਐਸ, ਇਹਦੇ ਵਿੱਚੋਂ ਆਪਾਂ ਕੀ ਹੈ, ਅਗਰ ਟੈਂਪਰੇਚਰ ਇਹਦੇ ਵਿੱਚ ਫਾਈਂਡ ਆਊਟ ਕਰਨ ਦੀ ਗੱਲ ਕਰੀਏ ਤਾਂ ਆਪਾਂ ਕੀ ਕਰਾਂਗੇ, ਬਾਕੀ ਸਾਰੇ ਦਾ ਸਾਰਾ ਪਾਰਟ ਰਾਈਟ ਹੈਂਡ ਸਾਈਡ ਦੇ ਉੱਪਰ ਸ਼ਿਫਟ ਕਰਦੇ ਹਾਂ ਐਂਡ ਅਲਟੀਮੇਟਲੀ ਕੀ ਹੋ ਜਾਏਗਾ, ਉੱਪਰ ਇਹਦੇ ਸਾਈਡ ਕੀ ਆ ਜਾਏਗਾ -1 ਦਾ। ਠੀਕ ਹੈ ਜੀ। ਸੋ k ਆਪਣਾ ਐਬਜ਼ੌਰਬ ਹੋ ਗਿਆ,
टी एक पैरामीटर बच गया, एक दूसरा ये ब्रैकेट के अंदर पैरामीटर दिता हुआ वो बच गया। सो ब्रैकेट वाला पैरामीटर ਉਹਦੀ रेस्ट पावर -1 आ जाएगा एंड अल्टीमेटली अपने कोल की आएगा बेटा कर्ल ऑफ एस आ जाएगा। ठीक है जी। सो कर्ल ऑफ एस डिवाइडेड बाय कर्ल ऑफ ई, और यू कैन रेस्ट पावर -1, और यू सिंपली कैन रीराइट इन दिस फॉर्म दैट इज कर्ल ऑफ ई डिवाइडेड बाय कर्ल ऑफ एस ਦੇ ਬਰਾਬਰ ਆ ਜਾਏਗਾ। ਸੋ ਤੁਸੀਂ ਇਹਦੇ ਵਿੱਚੋਂ ਕੀ ਹੋ ਗਿਆ ਬੇਟਾ, ਅਗਰ ਤੁਹਾਡੇ ਕੋਲ ਓਮੇਗਾ ਪਤਾ ਹੈ, ਤੁਹਾਡੇ ਕੋਲ ਨੰਬਰ ਆਫ ਮਾਈਕਰੋ ਸਟੇਟਸ ਪਤਾ ਹੈ ਸਿਸਟਮ ਦੀ, ਤਾਂ ਤੁਸੀਂ ਉਹਦਾ ਟੈਂਪਰੇਚਰ ਵੀ ਫਾਈਂਡ ਆਊਟ ਕਰ ਸਕਦੇ ਹੋ। ਸੋ ਟੈਂਪਰੇਚਰ ਡਿਪੈਂਡੈਂਸ ਤੁਸੀਂ ਫਾਈਂਡ ਆਊਟ ਕਰ ਸਕੋਗੇ। ਸੋ ਇੱਕ ਇੰਪੋਰਟੈਂਟ ਪੈਰਾਮੀਟਰ ਹੋ ਗਿਆ। ਸਪੋਜ਼ ਕਰੋ ਹੁਣ ਪ੍ਰੈਸ਼ਰ ਕੀ ਹੋ ਜਾਏਗਾ ਬੇਟਾ, ਜਿਹੜਾ ਤੁਹਾਡਾ ਪ੍ਰੈਸ਼ਰ ਦੀ ਵੈਲਿਊ ਹੋਏਗੀ, ਆਪਾਂ ਨੂੰ ਪਤਾ ਹੈ ਬੇਟਾ ਈਟਾ ਜਿਹੜਾ ਸੀਗਾ ਇਟ ਵਾਸ ਇਕੁਅਲ ਟੂ P/kT। ਸੋ ਪ੍ਰੈਸ਼ਰ ਨਾਲ ਰਿਲੇਟਡ ਸੀ, ਸੋ P/kT ਇਜ਼ ਇਕੁਅਲ ਟੂ ਕਰਲ ਲੌਗ ਆਫ ਓਮੇਗਾ ਡਿਵਾਈਡਡ ਬਾਈ ਕਰਲ ਆਫ P। ਸੋ ਜਿਸ ਤਰ੍ਹਾਂ ਆਪਣੇ ਕੋਲ ਕੀ ਸੀਗਾ ਬੇਟਾ, ਜਿਹੜਾ ਆਪਣਾ ਦਿੱਤਾ ਹੋਇਆ ਸੀਗਾ ਬੀਟਾ ਇਟ ਵਾਸ ਇਕੁਅਲ ਟੂ ਕਰਲ ਲੌਗ ਆਫ ਓਮੇਗਾ ਬਾਈ ਕਰਲ ਆਫ P, ਬਿਕਾਜ਼ ਬੀਟਾ ਆਪਣਾ ਟੈਂਪਰੇਚਰ ਨਾਲ ਰਿਲੇਟਡ ਹੈ ਐਂਡ ਪ੍ਰੈਸ਼ਰ ਆਪਣਾ ਈਟਾ ਦੇ ਨਾਲ ਰਿਲੇਟਡ ਹੈ। ਸੋ ਇਸ ਕਰਕੇ ਆਪਣੇ ਕੋਲ P/kT it will be equal to curl log of omega divided by curl of V ਦੇ ਬਰਾਬਰ ਆ ਜਾਏਗਾ। ਸੋ ਆਪਾਂ ਨੂੰ ਆਟੋਮੈਟਿਕਲੀ ਪਤਾ ਹੈ ਕਿ ਆਪਾਂ ਹਮੇਸ਼ਾ ਇਨਸਾਈਡ ਲੈ ਕੇ ਜਾਵਾਂਗੇ। ਸੋ K log of omega it will turn out to be S ਦੇ ਬਰਾਬਰ ਆ ਜਾਏਗਾ। ठीक, सो उस दे नाल की हो जाएगा, टेंपरेचर बाहर रह गया, बाकी सारा पार्ट अंदर चला गया एंड सो इट विल बी K कर्ल S by कर्ल V ਦੇ बराबर आ जाएगा। नंबर ऑफ पार्टिकल्स एंड एनर्जी ਨੂੰ ਆਪਾਂ कांस्टेंट ਰੱਖਿਆ ਹੋਇਆ बिकॉज ਆਪਾਂ ਪਾਰਸ਼ੀਅਲ ਡੈਰੀਵੇਟਿਵ ਨਾਲ ਡੀਲ ਕਰ ਰਹੇ ਹਾਂ। ਉੱਪਰ ਵੀ ਆਪਣੇ ਕੋਲ ਬਾਕੀ ਸਾਰਾ ਪਾਰਟ N and V कांस्टेंट ਸੀਗਾ ਬਿਕॉज ਆਪਾਂ એનર્ਜੀ ਨਾਲ ਡੀਲ ਕਰ ਰਹੇ ਸੀਗੇ। ਉਸ ਤੋਂ ਬਾਅਦ ਕੀ ਹੋ ਜਾਏਗਾ ਬੇਟਾ, ਆਪਣੇ ਇਹਦੇ ਵਿੱਚ ਕੀ ਆ ਜਾਏਗਾ, ਸੋ TdS ਹੋ ਗਿਆ ਬੇਟਾ, ਇਟ ਇਜ਼ ਇਕੁਅਲ ਟੂ T into D into S। ਸੋ ਇਹਨੂੰ ਆਪਾਂ ਯੂਜ਼ ਕਰ ਸਕਦੇ ਹਾਂ ਬੇਟਾ ਕਰਲ ਆਫ S ਬਾਈ ਕਰਲ ਆਫ V ਦੇ ਕੋਰਸਪੋਂਡਿੰਗ। ਸੋ ਇਹਨੂੰ ਆਪਾਂ ਯੂਜ਼ ਕਰਕੇ ਅਲਟੀਮੇਟਲੀ ਆਪਣੇ ਕੋਲ ਕੀ ਆ ਜਾਏਗਾ, ਮਾਈਨਸ ਕਰਲ ਆਫ E ਡਿਵਾਈਡਡ ਬਾਈ ਕਰਲ ਆਫ V ਦੇ ਬਰਾਬਰ ਆ ਜਾਏਗਾ। ਸੋ ਇਹਦੀ ਕੋਰਸਪੋਂਡਿੰਗ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ। ਸੋ ਆਪਾਂ ਇੱਥੇ ਲਿਖਿਆ ਹੋਇਆ ਬੇਟਾ, ਸੋ ਇਹਨੂੰ ਆਪਾਂ ਯੂਜ਼ ਕਰਾਂਗੇ। ਸੋ ਇਹਦੇ ਵਿੱਚ ਕੀ ਹੋ ਗਿਆ, ਆਪਣੇ ਕੋਲ ਹੁੰਦਾ ਬੇਟਾ TdS is equal to DE plus PdV minus mu dN ਹੋ ਜਾਂਦਾ ਹੈ। ਦੇਖੋ ਬੇਟਾ ਆਪਾਂ ਲਾਸਟ ਟਾਈਮ ਇੱਕ ਕੁਐਸਚਨ ਲਿਖੀ ਸੀ, ਮੈਂ ਇਹਦੇ ਉੱਪਰ ਟਰਾਈ ਕਰ ਸਕਦਾ ਲਿਖਣ ਦੀ, ਲੇਕਿਨ ਮੈਨੂੰ ਦੇਖਣਾ ਪਏਗਾ ਬਿਕॉज ਵਾਈਟ ਬੋਰਡ ਥੋੜਾ ਜਿਹਾ ਡਿਫਰੈਂਟ ਹੋ ਜਾਏਗਾ, ਅਦਰਵਾਈਜ਼ ਹੋ ਸਕਦਾ ਤੁਹਾਡਾ ਕਨੈਕਸ਼ਨ ਵੀ ਲੋਸਟ ਹੋ ਜਾਏ। ਸੋ ਇੱਥੇ ਆਪਾਂ ਕਿਤੇ ਨਾ ਕਿਤੇ ਇੱਕ ਕੁਐਸਚਨ ਜ਼ਰੂਰ ਲਿਖੀ ਸੀ ਬੇਟਾ, ਜਿਹੜਾ ਹਾਂਜੀ TdS is equal to DE plus PdV into minus DN। आई होप that स्क्रीन ਦੇ ਉੱਪਰ ਕਲੀਅਰ ਹੋਏਗਾ। ਅਗਰ ਤੁਹਾਡੇ ਹੁਣ ਦੇਖੋ ਬੇਟਾ ਆਪਾਂ ਸਿਰਫ ਵੋਲਿਊਮ ਦੀ ਗੱਲ ਕਰ ਰਹੇ ਹਾਂ, ਤਾਂ ਉਸ ਅਗਰ ਵੋਲਿਊਮ ਸੌਰੀ એનર્ਜੀ ਦੀ ਗੱਲ ਕਰ ਰਹੇ ਹਾਂ, એનર્ਜੀ ਐਕਸਚੇਂਜ ਅਲਾਉਡ ਕੀਤਾ ਸੀ, ਤਾਂ ਅਗਰ ਉਹਦੇ ਵਿੱਚ ਕੀ ਹੋ ਜਾਏਗਾ ਬੇਟਾ, DV ਆਪਣੇ ਕੋਲ 0 ਹੋ ਜਾਏਗਾ ਐਂਡ ਨੰਬਰ ਆਫ ਪਾਰਟੀਕਲ ਐਕਸਚੇਂਜ ਵੀ ਅਗਰ ਆਪਾਂ 0 ਕਰ ਦਈਏ ਤਾਂ ਕੀ ਹੋ ਜਾਏਗਾ ਬੇਟਾ, TdS is equal to DE ਦੇ ਬਰਾਬਰ ਆ ਜਾਏਗਾ। ਸੋ ਯੂ ਕੈਨ ਸਿੰਪਲੀ ਰੀਰਾਈਟ ਇਨ ਦਿਸ ਫਾਰਮ। ਠੀਕ ਹੈ ਜੀ। ਸੋ TdS ਆਪਣਾ DE ਦੇ ਬਰਾਬਰ ਇਹਨੂੰ ਕਰ ਸਕਦੇ ਆ ਅਗਰ ਆਪਾਂ ਵੋਲਿਊਮ ਐਂਡ ਨੰਬਰ ਆਫ ਪਾਰਟੀਕਲਸ ਨੂੰ ਐਕਸਚੇਂਜ ਜਿਹੜਾ ਉਹ ਇਹਨੂੰ 0 ਕਰ ਦਈਏ। ਸੋ DN will be equal to 0 and DV is equal to 0। ਅਗਰ ਆਪਾਂ ਕਲੇਮ ਕਰ ਦਈਏ ਤਾਂ ਉਸ ਕੇਸ ਦੇ ਵਿੱਚ ਅਗਰ N is equal to 0 ਸੌਰੀ ਅਗਰ N is equal to 0 and V is equal to 0 ਉਸ ਕੇਸ ਦੇ ਵਿੱਚ TdS it will be turn out to be curl of E ਦੇ ਬਰਾਬਰ ਹੋ ਜਾਏਗਾ। ਸੋ ਆਨਸਰ ਕੀ ਆ ਗਿਆ ਬੇਟਾ, curl of S divided by curl of E divided by curl of V ਦੇ ਬਰਾਬਰ ਆ ਜਾਏਗਾ। ਠੀਕ ਹੈ ਜੀ। ਸੋ ਇਹਦੇ ਵਿੱਚ ਤੁਸੀਂ ਲਿਖ ਸਕਦੇ ਹੋ। ਸੋ ਸਿੰਪਲੀ ਤੁਸੀਂ ਇਹਨੂੰ ਡਿਨੋਟ ਕੀਤਾ ਹੋਇਆ ਬੇਟਾ। ठीक है जी। सो हियर वी हैव यूज्ड द फैक्ट दैट if x y and z are related। ओके जी। सो ਇਹਦੇ ਵਿੱਚ ਆਪਣੇ ਕੋਲ ਇੱਥੇ ਤੱਕ ਰਿਲੇਸ਼ਨ ਜਿਹੜਾ ਸੀਗਾ ਉਹ ਐਸਐਚ ਆਪਾਂ ਫਾਈਂਡ ਆਊਟ ਕੀਤਾ ਹੋਇਆ। ਸੋ ਅਗਰ ਆਪਾਂ ਇਹਨਾਂ ਦੇ ਵਿਚਕਾਰ v ਦੀ ਡਿਪੈਂਡੈਂਸ ਫਾਈਂਡ ਆਊਟ ਕਰਨੀ ਹੈ ਤਾਂ ਤੁਸੀਂ ਕੀ ਕਰ ਲਓਗੇ, ਸਪੋਜ਼ ਕਰੋ ਤੁਹਾਡੇ ਕੋਲ ਇਹ ਸਟੈਟਿਸਟੀਕਲ ਮਕੈਨਿਕਸ ਦੇ ਵਿੱਚ ਸਿੰਪਲ ਇੱਕ ਟਰਮ ਆਉਂਦੀ ਹੈ। ਅਗਰ ਆਪਾਂ ਆਪਣੇ ਕੋਲ x y z ਤਿੰਨ ਪੈਰਾਮੀਟਰ ਦਿੱਤੇ ਹੋਏ ਆ, ਸੋ ਕਰਲ x by ਕਰਲ y ਐਂਡ ਕਰਲ y by ਕਰਲ z ਐਂਡ ਕਰਲ z by ਕਰਲ x ਦਾ ਪੈਰਾਮੀਟਰ ਆ ਰਿਹਾ, ਤਾਂ ਇਹਨਾਂ ਨੂੰ ਆਪਾਂ ਅਗਰ ਆਪਾਂ ਸਾਈਮਲਟੇਨੀਅਸਲੀ ਲਿਖੀਏ ਤਾਂ ਉਹਨਾਂ ਦੇ ਵਿਚਕਾਰ ਕੀ ਹੋ ਜਾਏਗਾ, -1 ਦਾ ਪੈਰਾਮੀਟਰ ਆਏਗਾ। ਸੋ ਆਪਣੇ ਕੋਲ ਕੀ ਪੈਰਾਮੀਟਰ ਹੈ ਬੇਟਾ, ਇੱਥੇ E ਹੈ, ਇੱਥੇ S ਆਪਣੇ ਕੋਲ ਪੈਰਾਮੀਟਰ ਦਿੱਤਾ ਹੋਇਆ, ਥਰਡ ਪੈਰਾਮੀਟਰ ਆਪਣੇ ਕੋਲ ਵੋਲਿਊਮ ਦਿੱਤਾ ਹੋਇਆ। ਅਗਰ ਆਪਾਂ E of S ਦੇ ਕੋਰਸਪੋਂਡਿੰਗ E divided by V ਦਾ ਪੈਰਾਮੀਟਰ ਫਾਈਂਡ ਆਊਟ ਕਰੀਏ ਤਾਂ ਅਲਟੀਮੇਟਲੀ ਸਾਈਨ ਕਾਹਦਾ ਆਏਗਾ ਬੇਟਾ, -1 ਦਾ ਆਏਗਾ। ਸੋ ਅਗਰ ਆਪਾਂ ਨੂੰ x ਦੇ ਨਾਲ x ਕੈਂਸਲ ਹੋ ਜਾਂਦਾ ਹੈ, z ਦੇ ਨਾਲ z ਕੈਂਸਲ ਹੋ ਜਾਂਦਾ, y ਦੇ ਨਾਲ y ਕੈਂਸਲ ਹੋ ਜਾਂਦਾ, ਤਾਂ ਇੱਥੇ +1 ਨਹੀਂ ਆਏਗਾ, ਇੱਥੇ -1 ਆਏਗਾ। ਸੋ ਇਹ ਥੋੜਾ ਜਿਹਾ ਕੇਅਰਫੁਲੀ ਰਹਿ ਕੇ ਚੱਲਣਾ ਹੈ। ਸੋ ਇਹ ਵਾਲੀ ਪ੍ਰੈਸ਼ਰ ਦੇ ਕੋਰਸਪੋਂਡਿੰਗ ਮਾਈਨਸ ਕਰਲ ਆਫ E ਡਿਵਾਈਡਡ ਬਾਈ ਕਰਲ ਆਫ V ਤੁਹਾਡੇ ਕੋਲ ਐਕਸਪ੍ਰੈਸ਼ਨ ਆ ਜਾਏਗਾ। ਸੋ ਸਭ ਤੋਂ ਪਹਿਲਾਂ ਤੁਸੀਂ ਜਿਹੜਾ ਡਰਾਈਵ ਕਰਨਾ ਹੈ ਦੈਟ ਇਜ਼ ਜਿਹੜਾ P is equal to curl of E divided by curl of S ਆਏਗਾ, ਜਿਹਦੇ ਵਿੱਚ ਤੁਸੀਂ ਯੂਜ਼ ਕਿਹੜੀ ਇਕੁਏਸ਼ਨ ਕਰੋਗੇ ਬੇਟਾ, TdS is equal to DE plus PdV minus mu into DN ਦੇ ਬਰਾਬਰ ਆ ਜਾਏਗਾ। ਠੀਕ ਹੈ ਜੀ। ਸੋ ਉਸ ਤੋਂ ਬਾਅਦ ਆ ਜਾਂਦਾ ਬੇਟਾ ਨੈਕਸਟ ਥਿੰਗ ਇਜ਼ ਕੈਮੀਕਲ ਪੋਟੈਂਸ਼ੀਅਲ। ਸੇਮ ਚੀਜ਼ ਉੱਥੇ ਅਪਲਾਈ ਹੋਏਗੀ ਕੈਮੀਕਲ ਪੋਟੈਂਸ਼ੀਅਲ ਦੇ ਵਿੱਚ। ਸੋ ਕੈਮੀਕਲ ਪੋਟੈਂਸ਼ੀਅਲ ਦੇ ਵਿੱਚ ਕੀ ਹੋ ਜਾਏਗਾ, -KT
ਮਾਈਨਸ μ ਬਾਈ kT ਇਜ਼ ਇਕੁਅਲ ਟੂ ਕਰਲ log of omega ਡਿਵਾਈਡਡ ਬਾਈ ਕਰਲ of n ਦੇ ਬਰਾਬਰ ਹੁੰਦਾ। ਸੋ ਇਹਦੇ ਵਿੱਚ ਜਦੋਂ ਤੁਸੀਂ ਇੰਟਰੋਡਿਊਸ ਕਰਦੇ ਹੋ ਬੇਟਾ कि इनसाइड चला जाएगा तो इट विल टर्न आउट टू बी कर्ल ऑफ s डिवाइडेड बाय कर्ल ऑफ n ਦੇ ਬਰਾਬਰ ਆਏਗਾ। ਸੋ ਟੈਂਪਰੇਚਰ ਬਾਹਰ ਹੀ ਰਹੇਗਾ। ਸੋ ਟੈਂਪਰੇਚਰ ਤੁਹਾਨੂੰ ਆਟੋਮੈਟਿਕਲੀ ਪਤਾ ਬੇਟਾ, ਟੈਂਪਰੇਚਰ ਦਾ ਐਕਸਪ੍ਰੈਸ਼ਨ ਤੁਸੀਂ ਫਾਈਂਡ ਆਊਟ ਕੀਤਾ ਹੋਇਆ, ਠੀਕ ਹੈ ਜੀ। ਸੋ ਟੈਂਪਰੇਚਰ ਜਿਹੜਾ ਹੈ ਤੁਸੀਂ ਟੈਂਪਰੇਚਰ ਦਾ ਐਕਸਪ੍ਰੈਸ਼ਨ ਫਾਈਂਡ ਆਊਟ ਕੀਤਾ ਹੋਇਆ, ਤੁਸੀਂ ਇੱਥੇ ਵੀ ਟੈਂਪਰੇਚਰ ਦਾ ਐਕਸਪ੍ਰੈਸ਼ਨ ਲਗਾ ਕੇ ਵੀ ਕੰਮ ਚਲਾ ਸਕਦੇ ਸੀਗੇ। ਸੋ that would be far better। ਇਹਦੇ ਵਿੱਚ ਕੀ ਆਏਗਾ, ਇੱਥੇ ਪ੍ਰੋਪਰਲੀ ਐਕਸਪਲੇਨ ਨਹੀਂ ਕੀਤਾ ਹੋਇਆ, ਸ਼ਾਇਦ ਕੱਟਿਆ ਗਿਆ ਕਿਤੇ ਗਲਤੀ ਨਾਲ। ਸੋ ਟੈਂਪਰੇਚਰ ਜਿਹੜਾ ਹੈ ਕਰਲ ਆਫ E ਡਿਵਾਈਡਡ ਬਾਈ ਕਰਲ ਆਫ S ਆ ਜਾਏਗਾ। कर्ल of E divided by कर्l of S into कर्l of S divided by कर्l of V आ जाना सीगा। So it would have been कर्l of E divided by कर्l of V the expression के corresponding आ जाएगा। because अगर अपने को दो expression देते हुए तो तीसरा अगर introduce करवाइए कटा के तो उसके corresponding अपने को की आ जाएगा। So कर्ल of Y कर्ल of X divided by कर्ल of Y and कर्ल of Y divided by कर्ल of Z। अगर Y कटे गया तो कर्ल X by कर्ल Z लिखना है तो उसके correspondingly साइन अपने को माइनस आएगा। इसी करके जो टेम्परेचर इंट्रोड्यूस करोगे कर्ल ऑफ E divided by कर्ल ऑफ S ਤਾਂ ਉਹਦੀ corresponding कर्ल S by कर्ल S ਕੱਟਿਆ ਜਾਏਗਾ and कर्ल of E divided by कर्ल of B ਇਹਦੇ ਵਿੱਚ ਬਚੇਗਾ and ultimately ਸਾਈਨ ਕਦ ਆਏਗਾ, ਮਾਈਨਸ ਦਾ। ਸੋ ਸਿਮਿਲਰਲੀ ਇੱਥੇ ਵੀ ਆਹੀ ਚੀਜ਼ ਆਏਗੀ। So mu is equal to minus kT into कर्ल log of omega divided by कर्ल of n ਦਾ ਐਕਸਪ੍ਰੈਸ਼ਨ ਆ ਗਿਆ ਬੇਟਾ ਆਪਣੇ ਕੋਲ। ਸੋ ਉਹਦੇ ਵਿੱਚ ਕੀ ਹੋ ਗਿਆ ਬੇਟਾ, ਮਾਈਨਸ kT ਜਿਹੜਾ ਸੀਗਾ ਉਹ mu ਦੇ ਨਾਲ ਰਿਲੇਟਡ ਸੀਗਾ, ਮਾਈਨਸ mu by kT ਜਿਹੜਾ ਸੀਗਾ ਉਹ ਇਕਾਈ ਦੇ ਬਰਾਬਰ ਹੋ ਗਿਆ ਸੀਗਾ ਬਿਕੋਜ਼ ਆਪਣੇ ਕੋਲ ਨੰਬਰ ਆਫ ਪਾਰਟੀਕਲ ਐਕਸਚੇਂਜ ਅਲਾਉਡ ਸੀਗਾ। ਉਹਦੇ ਕੋਰਸਪੋਂਡਿੰਗ ਆਪਣੇ ਕੋਲ ਮਾਈਨਸ T into कर्ल of S divided by कर्ल of n ਆ ਗਿਆ। ਸੋ ਟੈਂਪਰੇਚਰ ਤੁਹਾਡੇ ਕੋਲ ਪਤਾ ਹੈ ਬੇਟਾ कर्ल of E divided by कर्ल of S ਹੋਏਗਾ। ਹੁਣ ਇਹਦੇ ਵਿੱਚ ਕੀ ਹੈ ਬੇਟਾ, ਦੋ ਪੈਰਾਮੀਟਰ ਆਪਣੇ ਕੋਲ ਆ ਗਏ, S ਦੇ ਨਾਲ S ਕੱਟਿਆ ਜਾਏਗਾ ਤਾਂ ਸਾਈਨ ਕਦ ਆਏਗਾ ਬੇਟਾ, ਇੱਕ ਹੋਰ ਨੈਗੇਟਿਵ ਸਾਈਨ ਆ ਜਾਏਗਾ। ਸੋ कर्ल of E divided by कर्ल of n ਇੱਕ ਨੈਗੇਟਿਵ ਸਾਈਨ ਜਿਹੜਾ ਹਟਾ ਕੇ ਆਪਣੇ ਕੋਲ ਪੋਜ਼ਿਟਿਵ ਸਾਈਨ ਬਣ ਜਾਏਗਾ। ਸੋ mu it will turn out to be कर्ल of E divided by कर्ल of n। ਸੋ ਫਿਊਚਰ ਦੇ ਵਿੱਚ ਇਹ ਚੀਜ਼ਾਂ ਯਾਦ ਰੱਖਣੀਆਂ ਬੇਟਾ, ਤੁਹਾਡੇ ਕੰਮ ਦੀਆਂ ਹੈ। ਸੋ ਸਾਨੂੰ ਇਹ ਵਾਲੇ ਐਕਸਪ੍ਰੈਸ਼ਨ ਹਮੇਸ਼ਾ ਯਾਦ ਰੱਖਣੇ ਪੈਣਗੇ। ਸੋ ਆਉਣ ਵਾਲੇ ਟਾਈਮ ਦੇ ਵਿੱਚ ਵੀ ਕਾਫੀ ਸਾਰੇ ਐਕਸਪ੍ਰੈਸ਼ਨਸ ਆਣਗੇ ਲੇਕਿਨ ਉਹ ਤੁਹਾਨੂੰ ਯਾਦ ਰੱਖਣੇ ਹੀ ਪੈਣਗੇ ਨਾਲ ਦੀ ਨਾਲ, ਠੀਕ ਹੈ ਜੀ। ਸੋ ਇਹ ਚੀਜ਼ਾਂ ਯਾਦ ਰੱਖਣ ਵਾਲੀਆਂ, ਸਟੈਟਿਸਟੀਕਲ ਮੈਕੈਨਿਕਸ ਕੁਝ ਚੀਜ਼ਾਂ ਤੁਹਾਨੂੰ ਰਿਮੈਂਬਰ ਰੱਖਣੀਆਂ ਪੈਣਗੀਆਂ। ਜਿਸ ਤਰ੍ਹਾਂ ਤੁਹਾਡੇ ਕੋਲ ਫ੍ਰੀ એનર્ਜੀ ਦਾ ਐਕਸਪ੍ਰੈਸ਼ਨ ਹੋ ਗਿਆ, ਤੁਹਾਡੇ ਕੋਲ ਇੰਟਰਨਲ એનર્ਜੀ ਦਾ ਐਕਸਪ੍ਰੈਸ਼ਨ ਹੋ ਗਿਆ, એનર્ਜੀ ਕਿਸ ਤਰ੍ਹਾਂ ਕੱਢਣੀ ਹੈ ਕਿ ਤੁਹਾਡੇ ਕੋਲ, ਜਾਂ ਫਿਰ ਐਂਟਰੋਪੀ ਦਾ ਕਨਸੈਪਟ ਹੋ ਗਿਆ। ਤਾਂ ਸਾਰੇ ਦੇ ਸਾਰੇ ਪਾਰਟੀਕਲ ਪੈਰਾਮੀਟਰ ਤੁਹਾਨੂੰ ਯਾਦ ਰੱਖਣੇ ਪੈਣਗੇ। ਨੋਟ that we can determine temperature, pressure and chemical potential from the expressions above expressions if we know the omega s as a function of n, v and e। so ਆਪਾਂ ਅਗਰ ਆਪਣੇ ਕੋਲ ਕੀ ਹੈ ਬੇਟਾ, ਅਗਰ ਆਪਣੇ ਕੋਲ ਆਪਾਂ mu ਕਿਸ ਤਰ੍ਹਾਂ ਕੱਢ ਸਕਦੇ ਹਾਂ, ਅਗਰ ਆਪਣੇ ਕੋਲ E versus n ਪਤਾ ਹੈ, ਅਗਰ ਆਪਣੇ ਕੋਲ એનર્ਜੀ ਦਾ ਫੈਕਟਰ ਪਤਾ ਹੋਇਆ ਹੈ and that can be done if we know omega। so ਅਗਰ ਆਪਣੇ ਕੋਲ એનર્ਜੀ ਪਤਾ ਹੈ, એનર્ਜੀ ਕਿੱਥੋਂ ਪਤਾ ਲੱਗੇਗੀ ਬੇਟਾ, ਆਪਣੇ ਕੋਲ ਉਸ ਵੇਲੇ ਪਤਾ ਲੱਗੇਗੀ ਜਦੋਂ ਆਪਣੇ ਕੋਲ ਨੰਬਰ ਆਫ ਮਾਈਕਰੋਸਟੇਟਸ ਆ ਜਾਣਗੀਆਂ। ਸੋ ਅਲਟੀਮੇਟਲੀ ਕੀ ਕਰ ਸਕਦੇ ਬੇਟਾ, ਅਗਰ ਆਪਣੇ ਕੋਲ ਨੰਬਰ ਆਫ ਮਾਈਕਰੋਸਟੇਟਸ ਪਤਾ ਹੈ ਤਾਂ ਆਪਾਂ ਉਹਦੀ એનર્ਜੀ ਵੀ ਕੱਢ ਸਕਦੇ ਹਾਂ, ਐਂਟਰੋਪੀ ਵੀ ਕੱਢ ਸਕਦੇ ਹਾਂ, ਹਰ ਤਰ੍ਹਾਂ ਦਾ ਪੈਰਾਮੀਟਰ ਆਪਾਂ ਉਹਦਾ ਹੈਂਡਲ ਕਰ ਸਕਦੇ ਹਾਂ, ਜਿਹੜੀ ਚੀਜ਼ ਮੈਂ ਆਲਰੇਡੀ ਦੱਸੀ ਹੋਈ ਹੈ। Having obtained the expression for these thermodynamical quantities, we can now get expression for other various different physical thermodynamical quantities। So ਜਿਹੜੀ most important quantities ਹੈ ਉਹ ਆਪਾਂ ਇੱਥੇ ਡਰਾਈਵ ਕਰਾਂਗੇ ਬੇਟਾ। ਸੋ ਪਹਿਲੀ ਗੱਲ ਬੇਟਾ, ਹੈਲਮਹੋਲਟਜ਼ ਫ੍ਰੀ એનર્ਜੀ ਜਿਹੜੀ ਹੈ। ਸੋ ਫ੍ਰੀ એનર્ਜੀ ਜਿਹੜਾ ਕਨਸੈਪਟ ਹੈ ਉਹ ਤੁਸੀਂ ਤੁਹਾਡੇ ਕੋਲ ਦਿੱਤਾ ਹੁੰਦਾ ਹੈ, BSc ਦੇ ਬੁੱਕਸ ਵਿੱਚ ਵੀ ਦਿੱਤਾ ਹੋਇਆ ਹੈ। ਸੋ ਜ਼ਿਆਦਾ ਡਿਟੇਲ ਦੇ ਵਿੱਚ ਨਹੀਂ ਜਾਂਦਾ। ਗਿਬਸ ਫ੍ਰੀ એનર્ਜੀ ਦਾ ਕਨਸੈਪਟ ਵੀ ਆਉਂਦਾ ਹੈ, ਸੌਰੀ ਗਿਬਸ ਫ੍ਰੀ એનર્ਜੀ ਵੀ ਆਏਗੀ ਆਪਣੇ ਕੋਲ। ਸੋ ਗਿਬਸ ਫ੍ਰੀ એનર્ਜੀ ਦਾ ਕਨਸੈਪਟ ਕੀ ਹੈ ਬੇਟਾ, ਉਹ ਥੋੜਾ ਜਿਹਾ ਮੈਂ ਇਲੈਬੋਰੇਟ ਕਰ ਦਿੰਦਾ। ਗਿਬਸ ਫ੍ਰੀ એનર્ਜੀ ਦਾ ਕਨਸੈਪਟ ਉਸ ਵੇਲੇ ਇਵੋਲਵ ਹੁੰਦਾ ਹੈ ਜਦੋਂ ਆਪਣੇ ਕੋਲ ਫੇਸ ਚੇਂਜ ਹੁੰਦਾ ਹੈ, ਮੋਸਟਲੀ ਇਹ ਤੋਂ ਉੱਤੇ ਕੰਮ ਆਉਂਦੀ ਹੈ। ਸੋ ਅਗਰ ਤੁਹਾਡੇ ਕੋਲ ਫੇਸ ਚੇਂਜ ਟ੍ਰਾਂਜੀਸ਼ਨ ਹੈਗੀ ਹੈ, ਉਹਦੇ ਵਿੱਚ ਆਪਣੇ ਕੋਲ ਲਾਸਟ ਯੂਨਿਟ ਦਾ ਪਾਰਟ ਵੀ ਹੈਗਾ, ਉੱਥੇ ਥੋੜਾ ਜਿਹਾ ਇਲੈਬੋਰੇਟ ਜ਼ਿਆਦਾ ਕੀਤਾ ਜਾਏਗਾ। ਜਿਸ ਵੇਲੇ ਆਪਣੇ ਕੋਲ ਗਿਬਸ ਫ੍ਰੀ એનર્ਜੀਜ਼ ਆਉਂਦੀਆਂ, ਤਾਂ ਗਿਬਸ ਫ੍ਰੀ એનર્ਜੀ ਕਦੋਂ ਜਿਹੜੀ ਹੈ, ਇਹਦੇ ਵਿੱਚ ਫਸਟ ਆਰਡਰ ਟ੍ਰਾਂਜੀਸ਼ਨ ਹੁੰਦੀਆਂ, ਸੈਕੰਡ ਆਰਡਰ ਟ੍ਰਾਂਜੀਸ਼ਨ ਹੁੰਦੀਆਂ, ਉਹਦੇ ਕੇਸ ਵਿੱਚ ਕੀ ਹੋਇਆ, ਗਿਬਸ ਫ੍ਰੀ એનર્ਜੀ ਹਮੇਸ਼ਾ ਕੰਟੀਨਿਊਸ ਹੁੰਦੀ ਹੈ। ਬਾਕੀ ਸਾਰੇ ਦੇ ਸਾਰੇ, ਚਾਹੇ ਐਂਟਰੋਪੀ ਹੈ, ਚਾਹੇ ਕੋਈ ਹੋਰ ਵੀ ਪੈਰਾਮੀਟਰ ਹੈਗਾ, ਬਾਕੀ ਸਾਰੇ ਦੇ ਸਾਰੇ ਪੈਰਾਮੀਟਰ ਹੋ ਸਕਦਾ ਤੁਹਾਡੀ ਡਿਸਕੰਟੀਨਿਊਟੀ ਸ਼ੋ ਕਰਨ, ਲੇਕਿਨ ਗਿਬਸ ਫ੍ਰੀ એનર્ਜੀ ਹਮੇਸ਼ਾ ਹੀ ਕੰਟੀਨਿਊਸ ਹੋਏਗੀ, ਵੈਦਰ ਇਟ ਇਜ਼ ਫਸਟ ਆਰਡਰ ਟ੍ਰਾਂਜੀਸ਼ਨ ਔਰ ਵੈਦਰ ਇਟ ਇਜ਼ ਸੈਕੰਡ ਆਰਡਰ ਟ੍ਰਾਂਜੀਸ਼ਨ। ਫਸਟ ਆਰਡਰ ਐਂਡ ਸੈਕੰਡ ਆਰਡਰ ਕਿਹੜੀ ਹੋ ਗਈਆਂ, ਸਪੋਜ਼ ਕਰੋ ਤੁਹਾਡਾ ਲਿਕੁਇਡ ਜਿਹੜਾ ਹੈ ਤੁਹਾਡਾ ਵੈਪੋਰੇਸ਼ਨ ਹੋ ਰਹੀ ਹੈ, ਲਿਕੁਇਡ ਫੇਜ਼ ਤੋਂ ਵੇਪਰ ਫੇਜ਼ ਵਿੱਚ ਆ ਰਹੇ ਹੋ, ਜਾਂ ਆਈਸ ਮੈਲਟ ਕਰ ਰਹੀ ਹੈ, ਸੋ ਆਈਸ ਫੇਜ਼ ਤੋਂ ਤੁਸੀਂ ਲਿਕੁਇਡ ਫੇਜ਼ ਦੇ ਵਿੱਚ ਆ ਰਹੇ ਹੋ ਸਕਦਾ ਤੁਸੀਂ ਫੈਰੋਮੈਗਨੈਟਿਕ ਤੋਂ ਪੈਰਾਮੈਗਨੈਟਿਕ ਟ੍ਰਾਂਜੀਸ਼ਨ ਹੋ ਰਹੀ ਹੈ, ਹੋ ਸਕਦਾ ਤੁਹਾਡੇ ਕੋਲ ਸੁਪਰ ਕੰਡਕਟਿੰਗ ਟੂ ਨਾਰਮਲ ਕੰਡਕਟਰ ਦੇ ਵਿੱਚ ਟ੍ਰਾਂਜੀਸ਼ਨ ਹੋ ਰਹੀ ਹੈ। ਸੋ ਇਹ ਸਾਰੇ ਦੇ ਸਾਰੇ ਪਾਰਟ ਦੇ ਵਿੱਚ ਗਿਬਸ ਫ੍ਰੀ એનર્ਜੀ ਜਿਹੜੀ ਹੈ ਉਹ ਹਮੇਸ਼ਾ ਹੀ ਸੇਮ ਰਹਿੰਦੀ ਹੈ।
ਸੋ ਇਟ ਵਿਲ ਬੀ ਅ ਕੰਟੀਨਿਊਸ ਫੀਨੋਮੀਨਾ ਐਂਡ ਇਹ ਤੁਹਾਨੂੰ ਨੂਮੈਰੀਕਲ ਜਿਹੜਾ ਹੈ ਗਿਬਸ ਫ੍ਰੀ ਦੇ એનર્ਜੀ ਦੇ ਰਿਗਾਰਡਿੰਗ ਤੁਹਾਡੇ ਕੋਲ ਹਮੇਸ਼ਾ ਨੈਟ ਦੇ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਹੈ। ਸੋ ਇਹ ਆਪਾਂ 4th ਯੂਨਿਟ ਵਿੱਚ ਇਹ ਪ੍ਰੋਪਰਲੀ ਕਵਰ ਕਰਾਂਗੇ ਵੀ ਐਂਡ ਉਸ ਤੋਂ ਪਹਿਲਾਂ ਵੀ ਤੁਹਾਡੇ ਕੋਲ ਮਾਈਕਰੋ ਕੈਨੋਨੀਕਲ ਐਨਸੈਂਬਲ ਹੈ ਜਾਂ ਕੈਨੋਨੀਕਲ ਜਾਂ ਉਸ ਤੋਂ ਬਾਅਦ ਗ੍ਰੈਂਡ ਕੈਨੋਨੀਕਲ ਐਨਸੈਂਬਲ ਹੈ, ਕਾਫੀ ਜ਼ਿਆਦਾ ਇੰਪੋਰਟੈਂਟ ਹੋਏਗਾ ਗ੍ਰੈਂਡ ਕੈਨੋਨੀਕਲ ਐਨਸੈਂਬਲ। ਜਦੋਂ ਫੇਸ ਟ੍ਰਾਂਜੀਸ਼ਨਸ ਹੋਣਗੀਆਂ ਉਹਦੇ ਵਿੱਚ ਸਾਡੇ ਕੋਲ ਕੁਝ ਨਾ ਕੁਝ ਇਨਫੋਰਮੇਸ਼ਨ ਤੁਹਾਨੂੰ ਮਿਲੇਗੀ। ਸੋ ਉਸ ਤੋਂ ਬਾਅਦ ਹੁੰਦਾ ਹੈ ਬੇਟਾ ਹੈਲਮਹੋਲਟਜ਼ ਫ੍ਰੀ એનર્ਜੀ, ਜਿਹੜੀ ਇੰਪੋਰਟੈਂਟ ਚੀਜ਼ ਹੈ। ਹੈਲਮਹੋਲਟਜ਼ ਫ੍ਰੀ એનર્ਜੀ ਜਿਹੜੀ ਹੈ ਇਟ ਇਜ਼ written in terms of capital A or capital F। ਇਹਨੂੰ ਆਪਾਂ ਕੀ ਹੋਏਗਾ ਕੈਪੀਟਲ ਅਗਰ F ਨੂੰ ਆਪਾਂ ਫ੍ਰੀ એનર્ਜੀ ਲਿਖੀਏ ਤਾਂ it will turn out to be E minus TS ਦੇ ਬਰਾਬਰ ਹੋ ਜਾਏਗਾ। ਠੀਕ ਹੈ ਜੀ। ਸੋ ਗਿਬਸ ਫ੍ਰੀ એનર્ਜੀ ਕੀ ਹੋ ਜਾਏਗਾ, ਗਿਬਸ ਫ੍ਰੀ એનર્ਜੀ ਨੂੰ μ into L ਵੀ ਲਿਖਿਆ ਜਾਂਦਾ ਹੈ ਬੇਟਾ, it is equal to A plus PV ਵੀ ਲਿਖਦੇ ਆ। A ਹੋ ਗਿਆ ਆਪਣੇ ਕੋਲ ਫਾਈਂਡ ਆਊਟ ਕੀਤਾ ਹੋਇਆ, it is equal to E minus TS, so it is can be written as E minus TS plus PV। so you have to make your own way through all these parameters। ਸੋ ਕਾਈਂਡਲੀ ਰਿਮੈਂਬਰ ਕਿ ਤੁਹਾਨੂੰ ਆਪਣੇ ਕੁਝ ਨਾ ਕੁਝ ਟਰਮਸ ਯਾਦ ਕਰਨੀਆਂ ਪੈਣਗੀਆਂ, ਬਾਕੀ ਸਾਰੀਆਂ ਤੁਸੀਂ ਜਿਹੜਾ ਸੜਕਾਂ ਲੱਭ ਸਕਦੇ ਹੋ। ਜਸਟ ਲਾਈਕ ਪਾਥਵੇ, ਜੋ GPS ਹੈ, ਤੁਸੀਂ ਜ਼ਰੂਰੀ ਨਹੀਂ ਕਿ GPS ਦੇ ਅਕੋਰਡਿੰਗ ਚੱਲਣਾ, ਤੁਸੀਂ ਗਲੀਆਂ ਦੇ ਵਿੱਚ ਹੋ ਕੇ ਵੀ ਜਾ ਸਕਦੇ ਹੋ। ਸੋ ਉਸ ਤਰ੍ਹਾਂ ਦੇ ਕੁਝ ਕੰਸੈਪਟ ਹੈ। ਸੋ ਅਗਰ ਤੁਹਾਨੂੰ ਬੇਸਿਕ ਹਾਰਮੋਨਸ ਫ੍ਰੀ એનર્ਜੀ ਦਾ ਐਕਸਪ੍ਰੈਸ਼ਨ ਪਤਾ ਹੈ, ਗਿਬਸ ਫ੍ਰੀ એનર્ਜੀ ਦਾ ਮੇਨ ਐਕਸਪ੍ਰੈਸ਼ਨ ਪਤਾ ਹੈ, A plus PV ਪਤਾ ਹੈ, ਤਾਂ ਤੁਸੀਂ ਫ੍ਰੀ એનર્ਜੀ ਨੂੰ ਯੂਜ਼ ਕਰਕੇ ਅੱਗੇ ਵੀ ਜਾ ਸਕਦੇ ਹੋ। ਸੋ ਇਹਨੂੰ ਆਪਾਂ ਕਾਫੀ ਜਗ੍ਹਾ ਯੂਜ਼ ਕਰਾਂਗੇ ਵੀ। ਸੋ ਇਹ ਕਾਫੀ ਚੀਜ਼ਾਂ ਜਿਹੜੀਆਂ ਹੈਗੀਆਂ ਤੁਸੀਂ ਸੋਲਵ ਆਊਟ ਕਰ ਪਾਓਗੇ। ਸੋ ਉਸਦਾ ਤਾਂ ਤੁਹਾਨੂੰ ਪੇਪਰ ਵਿੱਚ ਕੋਈ ਇਦਾਂ ਦਾ ਐਕਸਪ੍ਰੈਸ਼ਨ ਪੁੱਛ ਲਿਆ ਜਾਵੇ ਜਿਹੜਾ ਤੁਸੀਂ ਪਹਿਲਾਂ ਨਾ ਦੇਖਿਆ ਹੋਵੇ, ਅਗਰ ਤੁਹਾਨੂੰ ਕੁਝ ਨਾ ਕੁਝ ਪੈਰਾਮੀਟਰ ਪਤਾ ਹੋਣਗੇ ਤਾਂ ਤੁਸੀਂ ਇਹਨੂੰ ਐਲੈਬੋਰੇਟ ਕਰਕੇ, ਐਕਸਪਲੇਨ ਕਰਕੇ, ਸਿੰਪਲੀਫਾਈ ਕਰਕੇ ਯੂਜ਼ ਕਰ ਸਕਦੇ ਹੋ। ਸੋ ਇਦਾਂ ਤੁਹਾਨੂੰ ਕਈ ਵਾਰ ਪੇਪਰ 'ਚ ਪੁੱਛ ਲਿਆ ਜਾਂਦਾ ਹੈ। ਸੋ ਉਸ ਤੋਂ ਬਾਅਦ ਬੇਟਾ ਹੁੰਦਾ ਹੈ ਐਂਥੈਲਪੀ ਦਾ ਕੰਸੈਪਟ। ਐਂਥੈਲਪੀ ਜਿਹੜੀ ਹੈ ਉਹ ਆਪਣੇ ਕੋਲ ਆਏਗੀ H is equal to E plus PV, ਤੁਸੀਂ ਪੜ੍ਹੀ ਹੋਈ ਹੈ। ਐਂਡ G plus TS ਨੂੰ ਵੀ ਐਂਥੈਲਪੀ ਦੇ ਵਿੱਚ ਫਾਰਮ ਦੇ ਵਿੱਚ ਲਿਆ ਜਾਂਦਾ ਹੈ। ਸੋ G plus TS ਕੀ ਹੋਏਗਾ, ਗਿਬਸ ਫ੍ਰੀ એનર્ਜੀ ਪਲਸ ਟੈਂਪਰੇਚਰ ਇਨਟੂ ਐਂਟ੍ਰੋਪੀ ਦੇ ਕੰਸੈਪਟ ਵਿੱਚ ਵੀ ਇਹ ਲਿਖਿਆ ਜਾਏਗਾ। ਸੋ ਇਹ ਦੋਨੋਂ ਫਾਰਮ ਤੁਸੀਂ ਰਿਮੈਂਬਰ ਰੱਖਣੀ ਹੈ। ਉਸ ਤੋਂ ਬਾਅਦ ਥਰਮਲ ਕੈਪੈਸਿਟੀ ਐਟ ਕਾਂਸਟੈਂਟ ਵੋਲਿਊਮ, ਇਹ ਕਾਫੀ ਜ਼ਿਆਦਾ ਇੰਪੋਰਟੈਂਟ ਪੈਰਾਮੀਟਰ ਹੈ ਬੇਟਾ। So CV is equal to curl Q by curl of T at constant number of particles and constant number of constant volume। So CV ਕੀ ਹੋ ਗਿਆ ਬੇਟਾ, specific heat at constant volume ਦੇ corresponding ਆਏਗਾ। ਆਪਣੇ को पता है बेटा curl of Q ਕੀ ਹੁੰਦਾ ਹੈ, TDS ਦੇ ਬਰਾਬਰ ਹੁੰਦਾ ਹੈ। So it will be T into curl of S ਦੇ ਬਰਾਬਰ ਆ ਗਿਆ, Q is equal to TS ਲਿਖਿਆ ਹੋਇਆ। So it will turn out to be curl of E divided by curl of T ਦੇ ਬਰਾਬਰ ਆ ਜਾਏਗਾ। ਠੀਕ ਹੈ ਜੀ। ਸੋ ਇਹ ਤੁਸੀਂ ਟੈਂਪਰੇਚਰ ਤੁਹਾਨੂੰ ਪਤਾ ਹੈ ਬੇਟਾ, ਟੈਂਪਰੇਚਰ ਦੇ ਕੋਰਸਪੋਂਡਿੰਗ ਤੁਸੀਂ ਪੈਰਾਮੀਟਰ ਵਗੈਰਾ ਫਿਲ ਕਰਕੇ ਤੁਸੀਂ ਦੇਖ ਸਕਦੇ ਹੋ, ਅਲਟੀਮੇਟਲੀ ਤੁਹਾਡੇ ਕੋਲ ਰਿਜ਼ਲਟ ਆਉਣਗੇ। ਠੀਕ ਹੈ। ਸੋ CV will turn out to be curl E by curl T ਦੇ ਬਰਾਬਰ ਆ ਜਾਏਗਾ। ਸੋ ਥਰਮਲ ਕੈਪੈਸਿਟੀ ਐਟ ਕਾਂਸਟੈਂਟ ਪ੍ਰੈਸ਼ਰ ਜਿਹੜਾ ਹੈ ਉਹ ਵੀ ਆਏਗਾ ਤੁਹਾਡੇ ਕੋਲ, it will turn out to be curl H by curl T। ਸੋ ਸਿਮਿਲਰਲੀ ਜਿੱਦਾਂ ਇਹਦੇ curl E by curl T ਲਿਖਿਆ ਹੋਇਆ CV, ਉਸੇ ਤਰ੍ਹਾਂ ਇੱਕ CP ਜਿਹੜਾ ਹੋਏਗਾ ਤੁਹਾਡੇ ਕੋਲ curl H by curl T ਦੇ ਬਰਾਬਰ ਹੋ ਜਾਏਗਾ। ਠੀਕ ਹੈ। ਉਸ ਤੋਂ ਬਾਅਦ ਥਰਮੋਡਾਇਨਾਮਿਕਸ ਆਫ ਏ ਨਾਨ ਰਿਲੇਟਿਵਿਸਟਿਕ ਮੋਨੋਟੋਮਿਕ ਕਲਾਸੀਕਲ ਆਈਡੀਅਲ ਗੈਸ, ਜਿਹੜਾ ਕਿ 12 ਨੰਬਰ ਦਾ ਆਰਟੀਕਲ ਹੈ, ਇਹ ਵੀ ਆਪਾਂ ਡਿਸਕਸ ਕਰਦੇ ਹਾਂ। ਇੱਕ ਮਿੰਟ ਬੇਟਾ। ਸੋ ਇਸ ਤੋਂ ਬਾਅਦ ਆਪਾਂ ਸਟਾਰਟ ਕਰਦੇ ਹਾਂ। ਆਈ ਹੋਪ ਬੇਟਾ ਤੁਹਾਨੂੰ ਆਵਾਜ਼ ਵਗੈਰਾ ਕਲੀਅਰ ਹੋਏਗੀ। ਸੋ ਇਹ ਥੋੜਾ ਆਰਾਮ ਦੇ ਨਾਲ ਕੰਮ ਕਰਨ ਵਾਲੀ ਚੀਜ਼ ਹੈ, ਤੁਸੀਂ ਇਹਨੂੰ ਜ਼ਿਆਦਾ ਲਾਈਟਲੀ ਨਹੀਂ ਲੈ ਸਕਦੇ, ਜ਼ਿਆਦਾ ਕਾਹਲੀ ਨਹੀਂ ਕਰ ਸਕਦੇ। ਹਾਂਜੀ ਬੇਟਾ। ਸੋ ਆਪਾਂ ਗੱਲ ਕਰ ਰਹੇ ਹਾਂ ਬੇਟਾ ਥਰਮੋਡਾਇਨਾਮਿਕਸ ਆਫ ਏ ਨਾਨ ਰਿਲੇਟਿਵਿਸਟਿਕ ਮੋਨੋਟੋਮਿਕ ਕਲਾਸੀਕਲ ਆਈਡੀਅਲ ਗੈਸ। ਉਹਦੇ ਵਿੱਚ ਕਾਫੀ ਸਾਰੀਆਂ ਟਰਮਸ ਲਿਖੀਆਂ ਹੋਈਆਂ। ਸੋ ਪਹਿਲੀ ਟਰਮ ਹੈ ਬੇਟਾ ਥਰਮੋਡਾਇਨਾਮਿਕਸ, ਆਪਾਂ ਉਹਦੇ ਫਿਜ਼ੀਕਲ ਪੈਰਾਮੀਟਰਸ ਡਿਪਿਕਟ ਕਰਾਂਗੇ। ਉਸ ਤੋਂ ਬਾਅਦ ਨਾਨ ਰਿਲੇਟਿਵਿਸਟਿਕ ਹੈ, ਮਤਲਬ ਕਿ ਜਿਹੜੇ ਪਾਰਟੀਕਲ ਹੈ ਨਾਨ ਰਿਲੇਟਿਵਿਸਟਿਕ ਸਪੀਡ ਦੇ ਨਾਲ ਮੂਵ ਕਰ ਰਹੇ ਆ। ਪਹਿਲੇ ਬਿਕੋਜ਼ ਆਪਣੇ ਕੋਲ ਕਲਾਸੀਕਲ ਗੈਸ ਹੈ, ਇਸ ਕਰਕੇ ਆਪਾਂ ਨਾਨ ਰਿਲੇਟਿਵਿਸਟਿਕ ਹੀ ਯੂਜ਼ ਕਰਾਂਗੇ। ਉਸ ਤੋਂ ਬਾਅਦ ਜਿਹੜੀ ਗੈਸ ਹੈ ਮੋਨੋਟੋਮਿਕ ਹੈ, ਡਾਇਟੋਮਿਕ ਟ੍ਰਾਇਟੋਮਿਕ ਨਹੀਂ ਹੈ। ਉਸ ਤੋਂ ਬਾਅਦ ਆਪਣੇ ਕੋਲ ਆ ਜਾਂਦਾ ਬੇਟਾ ਕਲਾਸੀਕਲ ਹੈ, ਕਲਾਸੀਕਲ ਬਿਹੇਵੀਅਰ ਐਂਡ ਕੁਆਂਟਮ ਬਿਹੇਵੀਅਰ ਦੇ ਵਿੱਚ ਕਾਫੀ ਫਰਕ ਹੁੰਦਾ ਹੈ। तो उस तो बाद अपने को बिकॉज मैक्सवेल बोल्ट्जमैन डिस्ट्रीब्यूशन इत्थे क्लासिकल फील्ड ਦੇ ਵਿੱਚ ਲੱਗਦੀ ਹੈ। ਉਸ ਤੋਂ ਬਾਅਦ ਬਿਕॉज ਆਪਣੇ ਪਾਰਟੀਕਲ ਦੀ ਸਪਿਨ ਵਗੈਰਾ ਕਿਤੇ ਵੀ ਕੰਸੀਡਰ ਨਹੀਂ ਕਰਾਂਗੇ। ਆਈਡੀਅਲ ਗੈਸ ਆਪਾਂ ਮੰਨ ਕੇ ਚੱਲਦੇ ਹਾਂ, तो ਆਈਡੀਅਲ ਬਿਹੇਵੀਅਰ ਵੀ ਹਮੇਸ਼ਾ ਐਗਜ਼ਿਸਟ ਕਰੇਗਾ। ਸੋ ਇਹ ਹਰ ਸਾਰੇ ਦੇ ਆਪਣੇ ਆਪਣੇ ਜਿਹੜੇ ਨਾਮ ਹੈ ਉਹਨਾਂ ਦਾ ਕੋਈ ਨਾ ਕੋਈ ਇਹਦੇ ਵਿੱਚ ਸਿਗਨੀਫੀਕੈਂਸ ਹੈਗਾ। ਸੋ ਆਪਣੇ ਕੋਲ ਇੱਕ ਲਿਖਿਆ ਹੋਇਆ ਬੇਟਾ ਦੇਖੋ, by the different adjectives we used here we understand the following constituents of the system are single atom।
ਸੋ ਪਰ ਮੋਨੋਟੋਮਿਕ ਆਪਾਂ ਲਿਖਿਆ ਹੋਇਆ ਬੇਟਾ ਸਿੰਗਲ ਐਟਮ ਲਿਖਿਆ ਹੋਏਗਾ ਕਿ ਹਰੇ ਗੈਸ ਦਾ ਮੋਲੀਕੂਲ ਜਿਹੜਾ ਸਿੰਗਲ ਹੈ, ਉਹਨਾਂ ਵਿੱਚ ਇੰਟਰੈਕਸ਼ਨ ਨਹੀਂ ਹੋਏਗੀ, since so that there are no vibrations and rotational energies associated with these, and thus they possess only translational kinetic energy। ਸੋ ਮੋਨੋਟੋਮਿਕ ਦਾ ਮਤਲਬ ਹੋ ਗਿਆ ਸਿੰਗਲ ਐਟਮ ਹੋਣਗੇ ਮੋਲੀਕੂਲਸ ਦੇ, ਜਿਹੜਾ ਤੁਹਾਡੇ ਕੋਲ ਹੋਏਗਾ ਅਗਲਾ ਗੈਸ ਹੋਏਗੀ ਸੇ ਮੋਨੋਟੋਮਿਕ ਹੋਏਗੀ, ਉਹਦੇ ਕੋਰਸਪੋਂਡਿੰਗ ਤੁਹਾਡੇ ਕੋਲ ਉਹਦੀ ਸਿਰਫ ਟ੍ਰਾਂਸਲੇਸ਼ਨਲ એનર્ਜੀ ਹੋਏਗੀ, ਕੋਈ ਵਾਈਬ੍ਰੇਸ਼ਨਲ ਐਂਡ ਰੋਟੇਸ਼ਨਲ ਫੀਨੋਮੀਨਾ ਉਹਦੇ ਵਿੱਚ ਐਗਜ਼ਿਸਟ ਨਹੀਂ ਕਰੇਗਾ। ਸੋ ਦ ਸਪੀਡ ਆਫ ਪਾਰਟੀਕਲ ਇਜ਼ ਸੋ ਸਮਾਲ ਦੈਟ ਰਿਲੇਟਿਵਿਸਟਿਕ ਇਫੈਕਟ ਕੈਨ ਬੀ ਇਗਨੋਰਡ। ਤਾਂ ਆਪਾਂ ਕੀ ਕੀਤਾ ਬੇਟਾ, ਰਿਲੇਟਿਵਿਸਟਿਕ ਇਫੈਕਟ ਵੀ ਇਗਨੋਰ ਕਰ ਦਿੱਤੇ। ਸੋ furthermore spin of the entities is also omitted। ਸੋ ਆਪਾਂ ਫਰਮੀਓਨਸ ਐਂਡ ਬੋਸੋਨਸ ਵਾਲਾ ਕੰਮ ਵੀ ਇੱਥੇ ਖਤਮ ਕਰ ਦਿੱਤਾ। ਉਸ ਤੋਂ ਬਾਅਦ ਪਾਰਟੀਕਲਸ ਆਰ ਕਲਾਸੀਕਲ ਇਨ ਦੀ ਸੈਂਸ ਦੈਟ these are distinguishable। ਮਤਲਬ ਆਪਾਂ ਕਲਾਸੀਕਲ ਪਾਰਟੀਕਲ ਨੂੰ ਯੂਜ਼ ਕੀਤੇ ਹੈ ਤਾਂ ਆਪਣੇ ਕੋਲ ਪਾਰਟੀਕਲ ਕੀ ਹੋਣਗੇ ਬੇਟਾ, ਡਿਸਟਿੰਗੁਇਸ਼ੇਬਲ ਹੋਣਗੇ। ਮਤਲਬ ਜਸਟ ਲਾਈਕ ਰੈਡ ਬਾਲਸ, ਬਲੂ ਬਾਲਸ ਐਂਡ ਗ੍ਰੀਨ ਬਾਲਸ, ਇਹਨਾਂ ਵਿੱਚ ਫਰਕ ਹੋਏਗਾ। ਸੋ ਮਤਲਬ ਕੀ ਹੋਇਆ, their wave function don't overlap। so quantum mechanically speaking ਉਹਨਾਂ ਦੇ wave function ਆਪਣੇ ਕਦੇ ਵੀ ਇੱਕ ਦੂਸਰੇ ਦੇ ਨਾਲ overlap ਨਹੀਂ ਕਰਨਗੇ, they will be independent of each other। so since the wave functions don't overlap, the interparticle separation will have to be large so that we can also ignore their interaction। so wave function overlap नहीं करनगे, ਉਹਨਾਂ ਦੀ inter atomic ਜਿਹੜੀ separation ਹੈ ਉਹ ਜ਼ਿਆਦਾ ਹੋ ਜਾਏਗੀ, and ਉਹਨਾਂ ਦੀ ਜਿਹੜੀ interactions ਹੈ ਉਹ ਵਾਲੀਆਂ ਜਿਹੜੀਆਂ ਉਹ ਘਟ ਜਾਣਗੀਆਂ ਬੇਟਾ, ਠੀਕ ਹੈ ਜੀ। ਸੋ ਇੰਟਰੈਕਸ਼ਨਸ ਵੀ ਇਹਦੇ ਵਿੱਚ ਆਪਾਂ ਇਗਨੋਰ ਕਰ ਦਿੱਤੇ ਆ। so this can happen if the number density of the gas is quite small। ਮਤਲਬ ਕਿ ਜਿਹੜੀ density of the particles ਹੈ ਉਹ ਬਹੁਤ small ਹੋਏਗੀ ਤਾਂ ਹੀ interaction possible ਹੋਏਗੀ, and temperature is significantly large। ਅਗਰ temperature large ਹੋਏਗਾ ਤਾਂ ਉਹਦੇ ਕੇਸ ਵਿੱਚ ਆਪਣੇ ਕੋਲ ਕੀ ਹੋਏਗਾ, ਪਾਰਟੀਕਲ ਨੂੰ ਇੱਕ ਦੂਸਰੇ ਨਾਲ ਇੰਟਰੈਕਟ ਕਰਨ ਦਾ ਮੌਕਾ ਹੀ ਨਹੀਂ ਮਿਲੇਗਾ। so but the temperature should not be that much large। so temperature ਬਹੁਤਾ ਵੀ large ਨਹੀਂ ਹੋਣਾ ਚਾਹੀਦਾ। so ਇਸ ਕੇਸ ਵਿੱਚ ਆਪਣੇ ਕੋਲ ਸਾਰੇ ਦੀ ਸਾਰੀਆਂ ਐਨਰਜੀ ਜਿਹੜੀਆਂ ਆਪਾਂ ਲਈਆਂ ਹੋਈਆਂ ਟਰਮਸ ਲਈਆਂ ਹੋਈਆਂ ਉਹਨਾਂ ਨੂੰ ਆਪਾਂ ਇਹਦੇ ਵਿੱਚ ਇੰਟਰਪ੍ਰੀਟ ਕਰ ਰਹੇ ਹਾਂ। so ideal gas of n atoms molecules is contained in a cubical shape of side L। so ਆਪਣੇ ਕੋਲੇ ਬੇਟਾ ਕਿਊਬ ਹੋਇਆ, ਕਿਊਬ ਦੇ ਵਿੱਚ ਆਪਣੇ ਕੋਲ ਸਾਰੇ ਦੇ ਸਾਰੇ ਪਾਰਟੀਕਲ ਆਪਾਂ ਡੰਪ ਕੀਤੇ ਹੋਏ ਆ। so its volume ਕੀ ਹੋ ਗਿਆ, तो वॉल्यूम अपने को L क्यू के बराबर हो गया। so these are indistinguishable atoms or particles in a cubical box। अपने को इन्ने पार्टिकल हो गए बेटा, सिंगल पार्टिकल एनर्जी लेवल्स इन दिस बॉक्स आर गिवन बाय। सो पार्टिकल इन ए बॉक्स प्रॉब्लम होगी बेटा, अपने को की है ਉਹਦੇ ਕੋਰਸਪੋਂਡਿੰग ਆਪਣੇ ਕੋਲ ਜਿਹੜੀ ਸਿੰਗਲ ਪਾਰਟੀਕਲ ਲੈਵਲਸ ਹੋਣਗੇ that will be h cross square 8 by 8 ml square। अगर पाई स्क्वायर लगाओगे तो 2 आ जाएगा, अगर पाई स्क्वायर नहीं लगाओगे h स्क्वायर पाई स्क्वायर वाला कंसेप्ट नहीं लगाओगे तो इज अकॉर्डिंग आएगा। अगर पाई स्क्वायर का कंसेप्ट लाना तो h क्रॉस की जगह h लिखा जाएगा। तो n स्क्वायर प्लस ny स्क्वायर प्लस nz 3 डायमेंशनल है, इस करके दे कॉरस्पॉन्डिंग आ जाएगा। सो m की है बेटा मास ऑफ द पार्टिकल है, nx ny and z इज द क्वांटम नंबर्स होंगे फॉर ए सिंगल पार्टिकल और मॉलिक्यूल डिफरेंट सेट्स ऑफ द पॉजिटिव वैल्यूज ऑफ nx ny and z। so different quantum states of the system। so ਜਿਹੜੇ nx ny and nz ਆਪਾਂ ਗੱਲ ਕਰ ਰਹੇ ਹਾਂ ਤਾਂ ਇੱਕ ਕੀ ਹੋ ਜਾਏਗਾ, ਇਹਨਾਂ ਦੀ ਕੋਰਸਪੋਂਡਿੰਗ ਤੁਹਾਡੇ ਕੋਲ ਡਿਫਰੈਂਟ ਕੁਆਂਟਮ ਸਟੇਟਸ ਹੋਣਗੀਆਂ। ਬਿਕੋਜ਼ ਆਪਣੇ ਕੋਲ ਕੀ ਆ ਫਿਲਹਾਲ ਦੀ ਘੜੀ ਤੇ ਕਲਾਸੀਕਲ ਗੈਸ ਕੰਸੀਡਰ ਕਰ ਰਹੇ ਹਾਂ, ਲੇਕਿਨ ਜਦੋਂ ਆਪਾਂ ਪਾਰਟੀਕਲ ਇਨ ਬਾਕਸ ਦੀ ਪ੍ਰੋਬਲਮ ਹੈਂਡਲ ਕੀਤੀ ਸੀ ਤਾਂ ਉਹਦੇ ਵਿੱਚ ਆਪਣੇ ਕੋਲ ਕੁਆਂਟਮ ਮਕੈਨੀਕਲੀ ਪਾਰਟੀਕਲ ਜਿਹੜੇ ਸੀਗੇ ਉਹ ਡਿਫਰੈਂਟ ਸਟੇਟਸ ਦੇ ਵਿੱਚ ਪਏ ਹੋਣਗੇ। We know that even when nx ny and nz are assigned different numerical values। ਹੁਣ ਆਪਾਂ ਨੂੰ ਪਤਾ ਹੈ ਬੇਟਾ ਅਗਰ nx ny and nz ਦੀਆਂ ਬੇਟੇ ਵੈਲਿਊਜ਼ ਹੈਗੀਆਂ, if they are assigned different values so the sum may continue to be the same। suppose करो ਆਪਣੇ ਕੋਲ ਕੀ ਹੈ, ਅਗਰ ਆਪਾਂ ਕੋਈ ਵੀ એનર્ਜੀ ਵੈਲਿਊ ਚੂਜ਼ ਕਰ ਸਕਦੇ, ਜਿਸ ਤਰ੍ਹਾਂ ਆਪਾਂ ਸਟਾਰਟਿੰਗ ਦੇ ਵਿੱਚ ਇੱਕ ਫਿਊ ਲੈਕਚਰਸ ਪਹਿਲਾਂ ਆਪਾਂ ਇੱਕ ਪ੍ਰੋਬਲਮ ਵੀ ਹੈਂਡਲ ਕੀਤੀ ਸੀ। ਆਪਾਂ ਉਹਦੇ ਵਿੱਚ ਨੰਬਰ ਆਫ ਮਾਈਕਰੋ ਸਟੇਟਸ ਫਾਈਂਡ ਆਊਟ ਕੀਤੇ ਸੀ ਫॉर ਅ ਗਿਵਨ ਮਾਈਕਰੋ ਸਟੇਟ, ਉਹਦੇ ਵਿੱਚ ਵੀ ਆਪਾਂ ਪਾਰਟੀਕਲ ਇਨ ਬਾਕਸ ਪ੍ਰੋਬਲਮ ਹੀ ਹੈਂਡਲ ਕੀਤੀ ਸੀ। ਸੋ ਆਪਣੇ ਕੋਲ ਕੀ ਹੈ, ਅਗਰ ਟੋਟਲ એનર્ਜੀ ਆਪਣੇ ਕੋਲ ਪਤਾ ਹੈ ਬੇਟਾ, ਉਹਦੇ ਕੋਰਸਪੋਂਡਿੰਗ ਡਿਫਰੈਂਟ ਕੰਬੀਨੇਸ਼ਨਸ ਹੋ ਸਕਦੇ ਹੈ। ਸੋ ਦੈਟ n ਸਕੁਅਰ ਪਲਸ ny ਸਕੁਅਰ ਪਲਸ nz ਸਕੁਅਰ may continue to be the same। suppose करो इथे 3 स्क्वायर आ गया, इथे 1 स्क्वायर आ गया, इथे 1 स्क्वायर आ गया, तो ਉਹਦੀ ਕੋਰਸਪੋਂਡਿੰਗ 3 ਇੱਥੇ ਵੀ ਆ ਸਕਦਾ ਸੀ, 3 ਇੱਥੇ ਵੀ ਆ ਸਕਦਾ ਸੀ, ਸੋ 1 ਕਿਸੇ ਦੇ ਵਿੱਚ ਵੀ ਆ ਸਕਦਾ ਹੈ। ਸੋ ਉਹਦੀ ਕੋਰਸਪੋਂਡਿੰਗ ਤੁਹਾਡੇ ਕੋਲ એનર્ਜੀ ਡੀਜਨਰੇਸੀ ਐਗਜ਼ਿਸਟ ਕਰੇਗੀ। ਸਰ ਫॉर ਅ ਗਿਵਨ એનર્ਜੀ we can have different set of values, these give rise to so called degenerate states। ਸੋ ਡੀਜਨਰੇਸੀ ਵੀ ਆਪਣੇ ਕੋਲ ਇਹਦੇ ਕੇਸ ਵਿੱਚ ਆ ਸਕਦੀ ਹੈ। so in quantum mechanics from our point of view, if we have a single particle confined to the volume, other getting same energy with different nx ny and nz values means having different microstates corresponding to the same
ਮੈਕਰੋ ਸਟੇਟ। ਸੋ ਇੱਥੇ ਕਲਾਸੀਕਲੀ ਆਪਾਂ ਕੀ ਕਰ ਰਹੇ ਹਾਂ, ਆਪਾਂ ਇਹਦੇ ਵਿੱਚ ਕੀ ਹੈ डिफरेंट माइक्रोस्टेट्स ऑफ द सेम मैक्रोस्टेट गल कर रहे हैं। लेकिन अगर आप क्वांटम मैकेनिकली ट्रीट करांगे तो उत्थे अपने कोल एनर्जी दी डीजनरेसी आएगी। ठीक है जी। सो एनर्जी डीजनरेसी आप क्वांटम मैकेनिकली होएगा। अगर लेकिन नंबर ऑफ माइक्रोस्टेट्स है मैक्रोस्टेट अपने कोल की हो जाएगा क्लासिकली आप इहदे हैंडल करने की कोशिश करांगे। सो वी डिनोट दिस नंबर बाय ओमेगा। सो नंबर ऑफ पार्टिकल इत्थे 1 ही लिखा होया फॉर ए गिवन नंबर ऑफ फॉर वन एटम। सो सिंगल एटम दी आपां गल कर रहे हैं ਉਹਦੇ केस विच की है पार्टिकल इन बॉक्स प्रॉब्लम के अकॉर्डिंग ओमेगा 1 v एंड e है। ओमेगा एप्सिलॉन की हो गया बेटा, ਇਹਦੇ ਵਿੱਚ एनर्जी लिखी हुई है। So for a given energy value we can have, so अगर आपका की है nx ny and nz वाला जो पैरामीटर है वो वन साइड रख लिया, बाकी सारे पार्ट दूसरी साइड ले जाइए ताकि बेटा आंसर देगा इट विल बी जस्ट लाइक x square plus y square plus z square is equal to की हो जाएगा बेटा इट विल बी हैविंग a parameter that is epsilon star on the right hand side। एक ही हो जाएगा बेटा इट विल बी ये अपने को nx square plus y square z square is equal to r square का पैरामीटर हो जाएगा। सो एक ही हो जाएगा बेटा एक स्फीयर की इक्वेशन हो जाएगी। ठीक है। सो स्फेरिकल सिमेट्री में कॉरेस्पॉन्ड करता है एंड स्फीयर की इक्वेशन देगा। So the above expression define a sphere of radius epsilon star the square root with the coordinates variable। अपने को वेरिएबल किहड़े हो गए x y and z दी corresponding nx हो गया ny हो गया and nz पैरामीटर हो गया that can have only positive integer values। So if we pick up some specific energy, अगर आप कोई भी एनर्जी चूज कर लिए satisfying the preceding equation for a sphere, अगर कोई भी एनर्जी चूज करते हो तो the nx ny and nz values for this sphere will give some points on the surface of the sphere। so अगर आप कोई भी एनर्जी चूज करांगे कोई भी रेडियस चूज करांगे तो ਉਹਦੇ corresponding अपने कोल कोई ना कोई sphere ਦੇ ਉੱਪਰ points ਆਣਗੇ। so just like these are the position vectors x y and z। so these discrete points on the sphere will form some kind of lattice। so ਇਹ ਕਿਸੇ ਨਾ ਕਿਸੇ ਤਰ੍ਹਾਂ ਦਾ lattice ਬਣਾਣਗੇ and their number will be the number of microstates corresponding to a given microstate। so sphere ਦੇ ਉੱਪਰ ਜਿੰਨੇ ਵੀ points ਹੋਣਗੇ ਉਹ ਇੱਕ lattice ਬਣਾਣਗੇ and they will correspond to the number of microstates corresponding to the macrostate 1 b and e। So to appreciate the above statement we consider different simple situations nx ny and nz। so अगर अपने को n ਤਿੰਨਾਂ ਨੂੰ अगर 1 कर दिए तो ਉਹਦੇ corresponding microstates ਜਿਹੜੀਆਂ ਆਪਣੇ ਕੋਲ ਕੀ ਹੋ ਗਈਆਂ 1 ਆ ਗਈਆਂ। ਉਹਦੇ corresponding ਆਪਣੇ ਕੋਲ ਰਿਜ਼ਲਟ ਆਣਗੇ। ਉਸ ਤੋਂ ਬਾਅਦ ਅਗਰ ਆਪਣੇ ਕੋਲ ਜਿਹੜੀ ਹੈਗੀ ਹੈ ਅਗਰ ਆਪਣੇ ਕੋਲ ਐਪਸਿਲਨ ਸਟਾਰ ਦਿੱਤਾ ਹੋਇਆ ਟੋਟਲ corresponding ਕੀ ਹੋ ਗਿਆ बेटा अगर 6 एनर्जी ਦਿੱਤੀ ਹੋਈ ਹੈ तो ਆਪਣੇ ਕੋਲ ਕਿੰਨੇ ਨੰਬਰ ਆਫ ਮਾਈਕਰੋਸਟੇਟਸ ਆ ਜਾਣਗੇ बेटा 3 ਆ ਜਾਣਗੇ। अगर टोटल एनर्जी अपने को एप्सिलॉन स्टार दी 9 है तो ਉਹਦੇ ਕੋਲ 3 फिर भी अपने को 3 माइक्रोस्टेट्स ਆਣਗੀਆਂ। ਉਸ ਤੋਂ ਬਾਅਦ ਆਪਣੇ ਕੋਲ ਫਿਰ ਵੀ अगर 11 हो गया ਤਾਂ ਵੀ 3 ਹੋਣਗੀਆਂ। अगर 12 हो गया ਤਾਂ ਆਪਣੇ ਕੋਲ डिफरेंट 12 ਦੀ corresponding 12 ਆ ਜਾਣਗੀਆਂ। ਸੋ ਕਰਦੇ ਕਰਾਉਂਦੇ 6 ਮਾਈਕਰੋਸਟੇਟਸ ਆ ਜਾਣਗੀਆਂ। ਸੋ ਇਹ परपेचुअल और look at the above tabulation shows that all the energies are not attainable। so सारी energies ਆਪਾਂ ਨਹੀਂ ਬਣਾ ਸਕਦੇ, ਤੁਸੀਂ ਚੈੱਕ ਕਰ ਸਕਦੇ ਹੋ। ਸੋ ਇਹਦੇ ਵਿੱਚ ਆਪਾਂ ਕੀ ਕੀਤਾ ਬੇਟਾ ਆਪਾਂ ਸਾਰੇ ਦੇ ਸਾਰੇ ਪੈਰਾਮੀਟਰ ਯੂਜ਼ ਕਰਨ ਦੀ ਕੋਸ਼ਿਸ਼ ਕੀਤੀ। ਪਹਿਲਾਂ 1 1 1 ਕੀਤਾ, ਉਸ ਤੋਂ ਬਾਅਦ ਇਹਨਾਂ ਵਿੱਚ ਇੱਕ 2 ਪਾ ਦਿੱਤਾ, ਉਸ ਤੋਂ ਬਾਅਦ 2 2 ਕਰ ਦਿੱਤਾ, ਉਸ ਤੋਂ ਬਾਅਦ ਆਪਾਂ ਕੀ ਕੀਤਾ 3 ਕੀਤਾ, ਉਸ ਤੋਂ ਬਾਅਦ ਬਾਈ 4 ਇੱਥੇ 2 2 2 ਵੀ ਕੀਤਾ, ਉਸ ਤੋਂ ਬਾਅਦ 3 2 1 ਵੀ ਕੀਤਾ। ਲੇਕਿਨ ਆਪਣੇ ਕੋਲ ਅਲਟੀਮੇਟਲੀ ਕੀ ਹੈ ਸਾਰੀ ਦੀ ਸਾਰੀਆਂ ਵੈਲਿਊਜ਼ ਆਪਣੇ ਕੋਲ એનર્ਜੀ ਦੀਆਂ ਅਟੇਨ ਨਹੀਂ ਹੋਈਆਂ। ਸੋ ਕਿਤੇ ਨਾ ਕਿਤੇ ਪੈਰਾਮੀਟਰ ਮਿਸ ਹੋ ਰਹੇ ਸੀ। ਐਪਸਿਲਨ ਸਟਾਰ ਜਿਹੜਾ ਹੈ ਉਹ ਆਪਣਾ ਪੈਰਾਮੀਟਰ ਮਿਸ ਹੋ ਰਿਹਾ ਸੀ। ਸੋ from the tabulation for example epsilon stars 3 6 and 9 अपने को आईया but not epsilon star 1 2 4 and 5 अपने को ये वारियां एनर्जीज अपने को नहीं आईया। so the variation of omega with epsilon star is not a regular function of epsilon star। मतलब की है जो नंबर ऑफ माइक्रोस्टेट्स की है epsilon star ਦਾ ਜਿਹੜਾ रेगुलर फंक्शन नहीं है, ये सीधा सीधा बिहेव नहीं करता, लीनियरली बिहेव नहीं करेगा। so therefore that is omega is an irregular function of epsilon star। so एनर्जी का फंक्शन नहीं होएगा नंबर ऑफ माइक्रोस्टेट्स प्रॉपर्ली। ठीक है जी। so we expect the above ideas to the for the case of number of particles that are n or in the gas। so these being distinguishable and non-interacting the quantum number associated with the individual particles will have similar values as for a single particle। so जिस तरह अपने को नंबर एक पार्टिकल के लिए होल्ड करेगा उस तरह अपने को n पार्टिकल्स के लिए होल्ड करेगा। so अपने को क्वांटम नंबर कॉरस्पॉन्डिंग कितना हो जाएगा, we denote these quantum numbers by nr
factorial so that nr कितना हो सकता है बेटा 1 2 and 3 since each particle has 3 associated quantum numbers हर एक पार्टिकल ਦੇ 3 क्वांटम नंबर है तो the total number of such quantum numbers for n particles कितने हो जाएंगे बेटा 3n हो जाएंगे because n अपने को particles होंगे तो 3 हर एक ਦੇ ਲਈ 3 होंगे if the number of degrees of freedom for n particle is 3n then r has अपने को की हो जाएगा 1 2 and so on if the total number of gas energy of the gas is E and the total number of jth particle energy ਦੀ jth particle ਦੀ ਅਗਰ ਆਪਣੇ को energy ਜਿਹੜੀ E epsilon of j ਦਿੱਤਾ ਹੋਇਆ then total energy for ਕਿੰਨੀ ਹੋ ਜਾਏਗੀ ਬੇਟਾ ਅਗਰ ਇੱਕ particle ਦੀ energy epsilon of j ਹੈ ਤਾਂ j is equal to 1 to n ਕਰੀਏ ਤਾਂ total ਆਪਣੇ को energy आ जाएगी so accordingly we can write for epsilon in the terms of n of r so ਆਪਾਂ ਕੀ ਲਿਖ ਸਕਦੇ ਹਾਂ अगर अपने को n नंबर ऑफ पार्टिकल्स देते हुए एक पार्टिकल ਦੇ ਲਈ 3 ਪੈਰਾਮੀਟਰ ਹੈ अगर आप सारे सिस्टम ਦੇ ਲਈ ਲਿਖਾਂਗੇ ਤਾਂ ਆਪਾਂ ਨੂੰ ਸਾਰੇ ਪੈਰਾਮੀਟਰ ਸਮ ਕਰਨੇ ਪੈਣਗੇ so on up to 3 of n and ultimately right hand side ਤੇ ਕੀ ਆ ਜਾਏਗਾ total energy of the system ਦੇ corresponding ਪੈਰਾਮੀਟਰ ਆਏਗਾ ठीक है जी सो अगर आप पूरे सिस्टम के लिए एक्सटेंड कर रहे हैं तो ਉਹਦੇ corresponding इस तरह ਦਾ ਰਿਜ਼ਲਟ ਬਣੇਗਾ ਲੈਫਟ ਹੈਂਡ ਸਾਈਡ ਤੇ ਆਪਾਂ ਸਮੇਸ਼ਨ ਦੀ ਫਾਰਮ ਲਿਖ ਲਈ ਰਾਈਟ ਹੈਂਡ ਸਾਈਡ ਦੇ ਉੱਪਰ ਆਪਾਂ ਇਹਨਾਂ ਸਾਰੇ ਫੈਕਟਰ ਨੂੰ ਕੀ ਲਿਖ ਲਿਆ ਐਪਸਿਲਨ ਸਟਾਰ तो ਇਹ ਵੀ ਸਰ ਪੂਰੇ ਸਿਸਟਮ ਦੇ ਲਈ ਵੀ ਕੀ ਹੋ ਜਾਏਗਾ ਬੇਟਾ ਸਫੈਰੀਕਲ ਕੋਆਰਡੀਨੇਟਸ ਹੋ ਜਾਣਗੇ x y z ਅਗਰ ਹੋਰ ਵੀ ਐਕਸਟੈਂਡ ਕਰ ਰਹੇ ਆ ਤਾਂ ਉਹ ਵੀ ਆਣਗੇ ਇਹਦੇ ਵਿੱਚ so it is an equation of a hypersphere in 3n dimensional space ਇਹ ਆਪਣੇ ਕੋਲ ਕੀ ਹੋ ਗਿਆ ਬੇਟਾ ਇਹ hypersphere ਦੀ ਇਕੁਏਸ਼ਨ ਬਣ ਜਾਏਗੀ with radius epsilon star ਦੇ ਬਰਾਬਰ ਹੋ ਜਾਏਗਾ so the particle integer have values of n of r will be defined by the lattice points on the surface of the sphere so ਸਾਰੇ ਦੇ ਸਾਰੇ ਪੁਆਇੰਟ ਕਿਹੜੇ ਹੋਣਗੇ ਬੇਟਾ they will lie on the surface of the sphere so these have to be such that the above equation is satisfied so ਆਪਾਂ ਸਾਰੀ ਇਕੁਏਸ਼ਨ ਅਗਰ ਆਪਾਂ ਜਿਹੜੇ ਪੁਆਇੰਟ ਲੈਟਿਸ ਪੁਆਇੰਟਸ ਚੂਜ਼ ਕਰਾਂਗੇ ਇਹਦੇ ਕਹਿਣ ਦਾ ਮਤਲਬ ਇਹ ਹੈ ਆਪਾਂ ਜਿੰਨੇ ਵੀ ਲੈਟਿਸ ਪੁਆਇੰਟ ਚੂਜ਼ ਕਰਾਂਗੇ ਕੋਈ ਵੀ ਲੈਟਿਸ ਪੁਆਇੰਟ ਜਿਹੜੇ ਸਫੀਅਰ ਦੇ ਉੱਤੇ ਲਾਈ ਕਰਨਗੇ ਉਹ ਇਸ ਇਕੁਏਸ਼ਨ ਨੂੰ ਜ਼ਰੂਰ ਸੈਟੀਸਫਾਈ ਕਰਨਗੇ ਅਗਰ ਇਸ ਇਕੁਏਸ਼ਨ ਨੂੰ ਸੈਟੀਸਫਾਈ ਨਹੀਂ ਕਰਦੇ ਤਾਂ ਉਹ ਆਪਣੇ ਲਈ ਵੈਲਿਡ ਪੁਆਇੰਟ ਨਹੀਂ ਹੈ ਉਹਨੂੰ ਆਪਾਂ ਆਪਣੀ ਫਿਗਰ ਦੇ ਵਿੱਚ ਇਨਕਲੂਡ ਨਹੀਂ ਕਰਾਂਗੇ ਸਫੀਅਰ ਦੇ ਉੱਪਰ ਇਨਕਲੂਡ ਨਹੀਂ ਕਰਾਂਗੇ ਠੀਕ ਹੈ ਬੇਟਾ ਸੋ ਬਾਕੀ ਜਿਹੜਾ ਪਾਰਟ ਹੈ ਉਹ ਕਿਸ ਤਰ੍ਹਾਂ ਇਵੋਲਵ ਕਰੇਗਾ ਜਿਹੜੇ ਇਰੈਗੂਲਰ ਫੰਕਸ਼ਨਸ ਹੈ ਜਾਂ ਇਰੈਗੂਲਰ ਫੰਕਸ਼ਨ ਨੂੰ ਕਿਸ ਤਰ੍ਹਾਂ ਟੇਕ ਕੇਅਰ ਕੀਤਾ ਜਾਏਗਾ ਬਿਕੋਜ਼ ਆਪਣੇ ਕੋਲ ਸਿਰਫ 7 ਮਿੰਟ ਬਚੇ ਹੈ ਸੋ ਇਹਦੇ ਵਿੱਚ ਇਸ ਤੋਂ ਬਾਅਦ ਮੈਂ ਬਿਯੋਂਡ कंटिन्यू नहीं करांगा अदरवाइज अपना लेक्चर ਵਿੱਚ ਹੀ ਰਹਿ ਜਾਏਗਾ ਸੋ ਅਗਰ ਕੋਈ ਡਾਊਟਸ ਵਗੈਰਾ ਹੈਗੇ ਬੇਟਾ ਤਾਂ ਹੁਣੇ ਪੁੱਛ ਲਓ ਸੋ ਇੱਕ ਥਿਉਰੀ ਦੀ ਤਰ੍ਹਾਂ ਚੱਲੇਗਾ ਐਨੀ ਡਾਊਟਸ ਬੇਟਾ